ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਮਾਤ ਗੁਜਰ ਕੌਰ ਜੀ ਦੇ महान शहीदी स्थान ते सत्कार प्यार विच सजी साध संगत इतिहास की लड़ी विच आप जी सतगुरु गुरु गोबिंद सिंह सच्चे पातशाह महाराज जी के जीवन वरतांत विचों अहम पड़ाव 6 पो 1710 की रात की विथਿਆ सरवण कर रहे हो। दुनिया का हर सिख बड़ी भावुकता के नाल ये पलों नाल जुड़िया होया साध संगत। इन्हां पलों नूं केवल सिख सुनदा नहीं, बड़े गहरे तल ते महसूस करदा साध संगत जी। सो दयालु पातशाह जी की जीवन गाथा सरवण करन तो पहलां हर रोज़ की तरह जो साडा जरूरी कर्म है, जो साडा धर्म है, अरदास करिए पीड़ित मनुखता रोगां नाल ग्रसी हुई इस विपता की घड़ी विच वाहिगुरू जी सारियां दा भला करन। महाराज ने सिख की जिम्मेवारी लाई कि सिख ने नित सरबत का भला मंगना। सो साध संगत निजी लाहा लैन तो पहलां अरजोई करिए सतगुरु जी सारियां नूं तंदुरुस्ती बख्शण, इस भयानक दौर विचों सतगुरु जी कड्ढण सानूं, सब दे घर विच सुख होवे, शांति होवे। उन्हां दी सतगुरु जी आप हथ दे के राखी करन, जिहड़े सड़कां उत्ते बैठ के बड़े जोखम दे विच अपने हक्कां दी लड़ाई लड़ रहे हैं। सेहतयाबी चढ़दी कला सतगुरु बख्शण। तो असीं जिथे भी हाँ जरूर सुरत करके हिस्सा पाइए, हाज़री लवाइए, प्यार विच जुड़िए। दो पल वास्ते सब जपो जी वाहिगुरू 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 वाहिगुरू। सतनाम श्री वाहिगुरू। 6 पो की रात सच्चे पातशाह महाराज श्री आनंदपुर साहब सीसगंज साहब धन गुरु तेग बहादुर महाराज जी के पवित्र सीस का जिथे संस्कार होया, अरदास करके सेवा संभाल भाई गुरबख्श जी की झोली च पा के दल समेत ਸਿੰਘਾਂ समेत सतगुरु जी कूच करते हैं। सब तो मोहरली कतार विच बाल बिरद ते बीबियां हन। गुरु साहब जी दे नाल साहिबजादा बाबा अजीत सिंह जी, भाई उदय सिंह जी, भाई आलम सिंह जी, भाई बचित्र सिंह जी, भाई जीवन सिंह जी, पंजे प्यारे आदिक सिंह हन। 500 का दल सी साध संगत। सारे ਸਿੰਘਾਂ ने रज के शस्त्र चुके हुए हैं तो कई खच्चरां भार ढोण वालियां खच्चरां वो तीरां दे नाल लद्दियां हुईयां ने साध संगत। क्योंकि जंग चल रही है, सिर्फ मोर्चा छड्डिया जा रहा, किला छड्डिया जा रहा, जंग नहीं छड्डी जा रही, हथियार नहीं सुट्टे जा रहे। जंग निरंतर जारी है साध संगत जी। जिन्नी देर प्राण हैं, यही महाराज ने कहा सी चमकौर की गढ़ी च, जिन्नी देर श्वास ने तीर भी चलणगे ते नगारे भी गूंजणगे, जकारे भी गूंजणगे। जिन्नी देर जुल्म नहीं मुकदा धरती तो, जिन्नी देर सिख की होंद है, कला सिख भी
ਧਰਤੀ ਉੱਤੇ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਤਿਆਚਾਰ ਵਿਰੁੱਧ, ਬੇਇਨਸਾਫੀ ਵਿਰੁੱਧ, ਜ਼ੁਲਮ ਦੇ ਵਿਰੁੱਧ, ਅਨਿਆਂ ਦੇ ਵਿਰੁੱਧ ਆਰੰਭੀ ਹੋਈ ਜੰਗ ਨਿਰੰਤਰ ਜਾਰੀ ਰਹੇਗੀ। ਤੋ ਸਿੰਘਾਂ ਦਾ ਕਾਫਲਾ ਸਤਿਗੁਰਾਂ ਸਹਿਤ ਨਿਕਲਿਆ ਦੂਰ। ਰਾਤ ਹਨੇਰੀ ਹੈ, ਆਵਾਜ਼ਾਂ ਆਉਂਦੀਆਂ, ਦਿਸਦਾ ਨਹੀਂ ਹੈ ਕੁਝ ਵੀ। ਸਿੰਘ ਤੁਰੇ ਜਾਂਦੇ ਆ, ਆਵਾਜ਼ਾਂ ਆਉਂਦੀਆਂ, ਦੁਸ਼ਮਣ ਦਲ ਅਨੁਭਵ ਕਰਦਾ, ਅੰਦਾਜ਼ਾ ਲਾਉਂਦਾ ਵੀ ਸਿੰਘ ਇੱਥੇ ਜੇ ਪਹੁੰਚ ਗਏ ਆ। ਤੋ ਸਾਧ ਸੰਗਤ, ਉਸ ਨਗਰ ਦਾ ਨਾਂ ਰਾਮ ਘਨੌਲਾ, ਜਿੱਥੇ ਜੇ ਸੱਚੇ ਪਾਤਸ਼ਾਹ ਮਹਾਰਾਜ ਜੀ ਪਹੁੰਚੇ ਸਨ। ਤੋ ਲਗਭਗ ਇਹ ਜਿਹੜਾ ਇਹ ਨਗਰ ਹੈ, ਇਹ 8-9 ਕੋਹ ਦੀ ਵਿੱਥ ਦੇ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ, ਕਿਲੋਮੀਟਰਾਂ ਨਾਲੋਂ ਕੋਹ ਵੱਡੇ ਹੁੰਦੇ ਸੀ। ਸੋ ਇੰਨੀ ਕੁ ਦੂਰ ਹਜ਼ੂਰ ਪਹੁੰਚੇ ਸੀ। ਕੱਲ੍ਹ ਇੱਥੋਂ ਤੱਕ ਵਿਚਾਰ ਸੁਣੀ ਸੀ। ਤੁਸੀਂ ਇਸ ਤੋਂ ਅੱਗੇ ਅਰਜ਼ੋਈ ਕਰੀਏ, ਸਤਿਗੁਰੂ ਸਮੱਤ ਦੇਣ, ਵਿਚਾਰ ਦੀ ਲੜੀ ਆਰੰਭ ਕਰੀਏ। ਇਕਾਗਰਤਾ ਬਖਸ਼ਣ, ਪਿਆਰ ਬਖਸ਼ਣ, ਸੋਝੀ ਬਖਸ਼ਣ। ਆਪ ਸੰਗਤ ਸਾਰੇ ਅਸੀਸ ਦਿਓ, ਪਿਆਰ ਵਿੱਚ ਜੁੜ ਕੇ ਜਪੋ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਫਿਰ ਸਿਮਰੋ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਦੁਰਜਨ ਖਰੇ ਰਹੇ ਪਛਾਤੀ, ਦੁਰਜਨ ਖਰੇ ਰਹੇ ਪਛਾਤੀ। ਦੁਰਜਨ ਖੋਟੀ ਮੱਤ ਵਾਲੇ, ਤੁਰਕਾਂ ਦੀ ਫੌਜ, ਪਹਾੜੀ ਰਾਜਿਆਂ ਦੀ ਫੌਜ, ਸਾਰੇ 22 ਧਾਰ ਦੇ ਰਾਜੇ, ਸਾਰੇ ਰਿਆਸਤਾਂ ਦੇ ਸੂਬੇ, ਇਹ ਖੜੇ ਰਹੇ। ਵਹੀਰ ਤੁਰਿਆ ਜਾਂਦਾ ਰਿਹਾ, ਕਾਫਲਾ ਤੁਰਿਆ। 6 ਪੋਹ ਦੀ ਰਾਤ, ਧਿਆਨ 'ਚ ਰੱਖਣਾ, 1704। ਇਹ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਜਿੰਨੀ ਦੇਰ ਸਾਹ ਤੇ ਫਿਰ ਅਸੀਂ ਕੁਝ ਨਹੀਂ ਕਰ ਸਕਾਂਗੇ। ਤੋ ਇੱਕ ਮਨਸਾ ਸੀ ਮਨ ਦਾ, ਇੱਕ ਭਰਮ ਸੀ ਵੀ ਜੇ ਕਿਲੇ ਤੋਂ ਬਾਹਰ ਹੋਏ ਫਿਰ ਅਸੀਂ ਸਿੱਖ ਇੱਕ ਵੀ ਜਿਉਂਦਾ ਨਹੀਂ ਛੱਡਣਾ, ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕੈਦ ਕਰ ਲੈਣਾ ਸੀ। ਇਸ ਤਰ੍ਹਾਂ ਸੋਚ ਰਿਹਾ ਸੀ ਵੈਰੀ ਦਲ। ਜਿੰਨੀ ਦੇਰ ਸਿੰਘ ਦੂਰ ਤੱਕ ਜਾਂਦੇ ਰਹੇ, ਉਨੀ ਦੇਰ ਇਹ ਦੁਰਜਨ, ਇਹ ਖੋਟੀ ਮੱਤ ਵਾਲੇ, ਨੀਅਤ ਦੇ ਖੋਟੇ, ਦੂਰ ਖੜੇ ਰਾਤ ਦੇ ਹਨੇਰੇ ਵਿੱਚ ਜਾਂਦਿਆਂ ਦੀ ਉਡੀਕ ਕਰਦੇ ਰਹੇ। ਕਰ ਅਨੁਮਾਨ ਸਕਲ ਸੁਧ ਜਾਤੀ। ਰਾਤ ਹਨੇਰੀ ਸੀ ਤੇ ਅੰਦਾਜ਼ਾ ਲਾਇਆ ਵੀ ਹੁਣ ਸਿੰਘ ਇੰਨੀ ਕੁ ਦੂਰ ਪਹੁੰਚ ਗਿਆ, ਅਨੁਮਾਨ ਕਰਕੇ ਨਾ, ਅੰਦਾਜ਼ਾ ਜਿਹਾ ਲਾ ਕੇ ਵੀ ਇੰਨੀ ਕੁ ਵਿੱਥ ਉੱਤੇ ਸਿੰਘਾਂ ਦਾ ਕਾਫਲਾ ਸਤਿਗੁਰੂ ਜੀ ਦੇ ਸਮੇਤ ਪਹੁੰਚ ਗਿਆ ਹੈ। ਗੁਰੂ ਦੁਰਗ ਮਹਿ ਅਬ ਥਿਰ ਨਾਹੀ। ਯਕੀਨ ਹੋ ਗਿਆ ਵੀ ਹੁਣ ਕਿਲੇ ਦੇ ਵਿੱਚ ਕੋਈ ਵੀ ਸਿੰਘ ਬਾਕੀ ਨਹੀਂ ਹੈ। ਜਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਜ਼ੂਰ ਸਿੰਘਾਂ ਸਮੇਤ, ਸਾਰੇ ਸਿੰਘਾਂ ਸਮੇਤ ਹੁਣ ਕਿਲੇ ਵਿੱਚੋਂ ਬਾਹਰ ਚਲੇ ਗਏ ਹਨ। ਰੌਰਾ ਨਹਿ ਲਖੀਅਤ ਦਿਸ਼ ਤਾਹੀ। ਕਿਉਂਕਿ ਨਜ਼ਰ ਪੈ ਰਿਹਾ, ਅਨੁਭਵ ਹੋ ਰਿਹਾ, ਮਹਿਸੂਸ ਹੋ ਰਿਹਾ ਵੀ ਜਿਹੜਾ ਆਵਾਜ਼ ਸੀ ਜਿਹੜੀ ਸਿੰਘਾਂ ਦੀ, ਉਹ ਦੂਰ ਜਾ ਕੇ ਸੁਣਾਈ ਦੇਣ ਲੱਗ ਪਈ ਹੈ। ਤੇ ਕਿਲ੍ਹਾ ਆਨੰਦਗੜ੍ਹ ਦੇ ਅੰਦਰ ਹੁਣ ਕਿਸੇ ਦੀ ਵੀ ਆਵਾਜ਼ ਸੁਣਾਈ ਨਹੀਂ ਦਿੰਦੀ। ਜਾਣਿਓ ਪਰੈ ਅਗਾਰੀ ਗਏ। ਜਾਣਿਓ ਪਰੈ, ਉਹਨੂੰ ਅੰਦਾਜ਼ਾ ਹੋ ਗਿਆ, ਯਕੀਨ ਹੋ ਗਿਆ ਵੀ ਸਤਿਗੁਰਾਂ ਸਮੇਤ ਸਿੰਘ ਅੱਗੇ ਨਿਕਲ ਗਏ ਹਨ। ਮਾਰਗ ਦੂਰ ਉਲੰਘਤ ਭਈ। ਰੋਪੜ ਵਾਲੇ ਪਾਸੇ ਨੂੰ ਸੱਚੇ ਪਾਤਸ਼ਾਹ ਜੀ ਚੱਲੇ ਨੇ। ਤੋ ਗੁਰਦੇਵ ਜੀ ਯਕੀਨ ਕਰ ਲਿਆ ਇਹਨਾਂ ਨੇ ਰਾਤ ਦੇ ਹਨੇਰੇ 'ਚ, ਆਵਾਜ਼ਾਂ ਤੋਂ, ਸਿੰਘਾਂ ਦੇ ਘੋੜਿਆਂ ਦੇ ਪੈੜ ਤੋਂ, ਆਵਾਜ਼ ਤੋਂ, ਜਿੱਦਾਂ ਵੀ ਅੰਦਾਜ਼ਾ ਲੱਗ ਸਕਦਾ ਸੀ ਵੀ ਹੁਣ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਫੀ ਮਾਰਗ, ਕਾਫੀ ਪੰਧ, ਸਤਿਗੁਰੂ ਜੀ ਤੇ ਸਿੰਘ ਦੂਰ ਚਲੇ ਗਏ ਹਨ। ਇਮ ਲਖ ਕਰ ਅਸਵਾਰ ਤਵਾਈ। ਇੱਦਾਂ ਜਦੋਂ ਯਕੀਨ ਹੋ ਗਿਆ ਵੀ ਹੁਣ ਅਨੰਦਪੁਰ ਸਾਹਿਬ ਵਾਪਸ ਧਾ ਕੇ ਨਹੀਂ ਆ ਸਕਦੇ, ਤੋ ਇਹ ਚੰਗੀ ਤਰ੍ਹਾਂ ਯਕੀਨ ਕਰਕੇ ਫਿਰ ਘੋੜ ਸਵਾਰਾਂ ਦੀ ਫੌਜ ਪਿੱਛੇ ਲਾ ਦਿੱਤੀ। ਸੂਨ ਪਰਿਓ ਗੱਡ ਦੇਖਿਓ ਜਾਏ। ਹਾਂ, ਪਹਿਲਾਂ ਇਹ ਯਕੀਨ ਕਰ ਲਿਆ ਵੀ ਇਹ ਪਰਖ ਲਈਏ ਵੀ ਕੋਈ ਕਿਲੇ ਵਿੱਚ ਬਾਕੀ ਤੇ ਨਹੀਂ, ਕਿਤੇ ਸਤਿਗੁਰੂ ਜੀ ਅੰਦਰ ਤੇ ਨਹੀਂ। ਤੇ ਜਾ ਕੇ ਵੇਖਿਆ ਵੀ ਕਿਲੇ ਦੇ ਵਿੱਚ ਹੁਣ ਸੱਚੇ ਪਾਤਸ਼ਾਹ ਨਹੀਂ ਹਨ, ਕਿਲਾ ਸੁੰਨਾ ਪਿਆ ਹੈ। ਤਬ ਖਵਾਜਾ ਮਰਦੂਦ ਗੁਲਾਮ। ਖਵਾਜਾ ਮਰਦੂਦ
ਜਿਹੜਾ ਮਲੇਰਕੋਟਲੀ ਹੈ, ਇਹਨੇ ਉਸ ਵਕਤ ਰਿਸ ਬੋਲਿਓ ਦਲ ਸੰਗ ਤਮਾਮ। ਇਹਨੇ ਕ੍ਰੋਧ ਵਿੱਚ ਆ ਕੇ, ਗੁੱਸੇ 'ਚ ਆ ਕੇ, ਅੰਦਰ ਜਿਹੜੀ ਨਫ਼ਰਤ ਦੀ ਅੱਗ ਸੀ, ਜਿਹੜਾ ਵੈਰ ਈਰਖਾ ਸਾੜਾ ਸੀ ਹਿਰਦੇ 'ਚ, ਉਹਨੂੰ ਜ਼ੁਬਾਨ ਰਾਹੀਂ ਉਗਲਦਿਆਂ ਖਵਾਜਾ ਮਰਦੂਦ ਆਪਣੇ ਸਾਥੀ ਸਿਪਾਹੀਆਂ ਨੂੰ, ਸਾਥੀਆਂ ਨੂੰ ਆਖਣ ਲੱਗਾ, ਘੇਰਹੁ ਅਗਰ ਜਾਏ ਕਰ ਐਸੇ। ਕਹਿੰਦਾ ਛੇਤੀ ਕਰੋ, ਹੁਣ ਸਤਿਗੁਰੂ ਜੀ ਸਿੰਘਾਂ ਸਮੇਤ ਕਿਤੇ ਬਾਹਰ ਨਾ, ਦੂਰ ਨਾ ਚਲੇ ਜਾਣ, ਤੇ ਜਲਦੀ ਕਰੋ, ਜਾ ਕੇ ਸਿੰਘਾਂ ਨੂੰ ਘੇਰਾ ਪਾ ਲਵੋ, ਜਿਸ ਤੇ ਨਿਕਸ ਜਾਏ ਨਹਿ ਕੈਸੇ। ਜਿਹਦੇ ਨਾਲ ਇੱਕ ਵੀ ਸਿੰਘ ਗੁਰੂ ਸਾਹਿਬ ਜੀ ਦੇ ਸਮੇਤ ਬਚ ਕੇ ਨਹੀਂ ਨਿਕਲਣਾ ਚਾਹੀਦਾ। ਜਥੇਦਾਰ ਸਰਦਾਰ ਕਨੇਰੇ। ਜਿਹੜੇ ਆਗੂ ਸਨ ਦਲ ਦੇ, ਮੋਹਰੀ ਸਨ, ਸੈਨਾਪਤੀ, ਸਿਪਾਹ ਸਲਾਰ, ਜਥਿਆਂ ਦੇ ਮੁਖੀ, ਉਹਨਾਂ ਨੂੰ ਜਥੇਦਾਰ ਕਹਿੰਦੇ। ਕਿਸੇ ਵੀ ਜਥੇ ਦਾ, ਦਲ ਦਾ ਜਿਹੜਾ ਮੋਹਰੀ ਹੁੰਦਾ, ਉਹ ਜਥੇ ਦਾ ਆਗੂ ਨੂੰ ਕਹਿੰਦੇ। ਤੋ ਸਾਧ ਸੰਗਤ, ਇਹ ਜਿਹੜੇ ਫੌਜ ਦੇ ਦਲਾਂ ਦੇ ਟੁਕੜੀਆਂ ਦੇ ਮੋਹਰੀ ਸਨ, ਉਹਨਾਂ ਨੂੰ ਖਵਾਜਾ ਮਰਦੂਦ ਨੇ ਵੰਗਾਰਿਆ। ਕਰ ਕਰ ਕ੍ਰੋਧਤ ਸਗਰੇ ਪ੍ਰੇਰੇ। ਤੋ ਬੜੇ ਕ੍ਰੋਧ ਦੇ ਨਾਲ, ਬੜੇ ਗੁੱਸੇ 'ਚ ਤਪਿਆ ਹੋਇਆ, ਤਮਥਮਾਉਂਦਾ ਹੋਇਆ ਖਵਾਜਾ ਮਰਦੂਦ ਸਾਰੇ ਸਾਥੀਆਂ ਨੂੰ ਵੰਗਾਰਦਾ, ਪ੍ਰੇਰਦਾ ਵੀ ਛੇਤੀ ਧਾ ਕੇ ਅੱਗੇ ਵਧੋ, ਸਿੰਘਾਂ ਨੂੰ ਰੋਕੋ, ਜੰਗ ਕਰੋ, ਸਾਰੇ ਸਿੰਘ ਮੁਕਾ ਦਿਓ। ਭੀਮ ਚੰਦ ਕੋ ਭਾਖ ਪਠਾਇਓ। ਤੋ ਕਹਿਲੂਰੀਏ ਰਾਜੇ ਨੂੰ ਉੱਚੀ ਦੇਣੀ ਖਵਾਜਾ ਮਰਦੂਦ ਵੰਗਾਰ ਕੇ ਬੁਲਾਉਂਦਾ ਹੈ। ਤੈਂ ਆਪਣੋ ਦਲ ਕਿਉਂ ਅਟਕਾਇਓ। ਕਹਿੰਦਾ ਤੁਸੀਂ ਫੌਜ ਕਿਉਂ ਰੋਕੀ ਹੋਈ ਆ ਪਹਾੜੀ ਰਾਜਿਆਂ ਨੇ, ਛੇਤੀ ਕਰੋ, ਤਾਬੜ ਤੋੜ ਗੁਰੂ ਸਾਹਿਬ ਉੱਤੇ ਹੱਲਾ। ਕਿਉਂਕਿ ਪਹਿਲਾਂ ਸਕੀਮ ਬਣਾਈ ਹੋਈ ਸੀ, ਮਹਾਰਾਜ ਨੂੰ ਪਤਾ ਸੀ। ਇਹੀ ਕਾਰਨ ਸੀ ਸੱਚੇ ਪਾਤਸ਼ਾਹ ਹਜ਼ੂਰ ਨੇ ਬੀਬੀਆਂ, ਬਾਲ, ਬਿਰਧ, ਇਹਨਾਂ ਨੂੰ ਸਭ ਤੋਂ ਅੱਗੇ ਰੱਖਿਆ ਸੀ। ਤੇ ਜਦੋਂ ਸਵੇਰੇ ਅੰਮ੍ਰਿਤ ਵੇਲੇ 7 ਪੋਹ ਨੂੰ ਜੰਗ ਚੱਲ ਵੀ ਰਹੀ ਸੀ ਨਾ, ਅੰਮ੍ਰਿਤ ਵੇਲੇ ਜੀ, ਤੇ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਬਾਅਦ ਮਹਾਰਾਜ ਨੇ ਬਾਲਾਂ, ਬਿਰਧਾਂ, ਬੀਬੀਆਂ ਨੂੰ ਪਹਿਲਾਂ ਸਰਸਾ ਤੋਂ ਪਾਰ ਕਰਵਾ ਦਿੱਤਾ ਸੀ। ਗੁਰੂ ਪਾਤਸ਼ਾਹ ਹਜ਼ੂਰ ਨੇ ਇਸੇ ਤਰ੍ਹਾਂ ਵਿਉਂਤਬੰਦੀ ਬਣਾਈ ਸੀ। ਮਹਾਰਾਜ ਨੂੰ ਪਤਾ ਸੀ ਕਿ ਪਿੱਛੋਂ ਹੱਲਾ ਹੋਣਾ, ਸੋ ਖਵਾਜਾ ਮਰਦੂਦ ਨੇ ਕਹਿਲੂਰੀਏ ਰਾਜੇ ਨੂੰ, ਜਿਹੜਾ ਸਾਰੇ ਪਹਾੜੀ ਰਾਜਿਆਂ ਦਾ ਆਗੂ ਹੈ, ਉਹਨੂੰ ਵੰਗਾਰ ਕੇ ਫੌਜ ਚਾੜਨ ਵਾਸਤੇ ਆਖਿਆ। ਪ੍ਰੇਰਹੁ ਸਭ ਪਰਬਤ ਕੀ ਸੈਨਾ। ਕਹਿੰਦਾ ਪ੍ਰੇਰੋ ਸਭ ਪਰਬਤ ਕੀ ਸੈਨਾ, ਛੇਤੀ ਕਰੋ, ਸਾਰੀ ਫੌਜ ਨੂੰ, ਜਿਹੜੀ ਸਾਰੇ ਪਹਾੜੀ ਰਾਜਿਆਂ ਦੀ ਫੌਜ ਹੈ, ਉਹਨੂੰ ਪ੍ਰੇਰਨਾ ਕਰਕੇ, ਉਹਨੂੰ ਹੱਲਾਸ਼ੇਰੀ ਦੇ ਕੇ, ਉਹਦਾ ਤਗੜਾ ਤਾਬੜ ਤੋੜ ਹੱਲਾ ਸਿੰਘਾਂ ਉੱਤੇ ਕਰਵਾਵੋ। ਘੇਰਹਿ ਜਾਏ ਗਹਿ ਪਿਖ ਨੈਨਾ। ਤੇ ਛੇਤੀ ਕਰੋ, ਗਹਿ ਪਿੱਖ ਨੈਣਾ, ਆਪਣੀਆਂ ਅੱਖਾਂ ਦੇ ਸਾਹਮਣੇ ਜਾ ਕੇ, ਬਿਲਕੁਲ ਕੋਲ ਜਾ ਕੇ ਸਿੰਘਾਂ ਨੂੰ ਰੋਕਣ ਦਾ ਯਤਨ ਕਰੋ। ਖਾਨ ਵਜੀਦ ਸਰੰਦੀ ਧਾਇਓ। ਉਧਰ ਸਰਹੰਦ ਦਾ ਸੂਬਾ ਵਜੀਦਾ ਜਿਹੜਾ ਸੀ, ਉਹਨੇ ਵੀ ਆਪਣੇ ਦਲ ਨੂੰ ਸਿੰਘਾਂ ਦੇ ਪਿੱਛੇ ਭਜਾਇਆ। ਲੱਖੋਂ ਲਸ਼ਕਰ ਲੈ ਉਮਡਾਇਓ। ਲੱਖਾਂ ਦੀ ਗਿਣਤੀ 'ਚ ਫੌਜ ਸੀ, ਉਮੜ ਪੈ ਜੀ, ਧਾ ਕੇ ਪੈ ਗਏ। ਸੱਚੇ ਪਾਤਸ਼ਾਹ ਜੀ ਦੇ ਨਾਲ 500 ਸਿੰਘ ਸੀ, ਕੁਝ ਆਗੂ ਮੋਹਰੀ ਸਿੱਖ ਹੋਣਗੇ। ਤੋ ਦੂਸਰੇ ਪਾਸੇ ਲੱਖਾਂ ਦੀ ਲਗਭਗ ਅੰਦਾਜ਼ਾ ਜਿਹੜਾ ਸੀ ਨਾ, ਆਨੰਦਪੁਰ ਸਾਹਿਬ ਹੀ 10 ਲੱਖ ਤੋਂ ਉੱਪਰ ਹੋ ਗਿਆ ਸੀ। ਤੋ ਜਿੰਨੇ ਕੁ ਮਾਰੇ ਮੁਕਾਏ ਸੀ, ਉਹਨੇ ਦਿੱਲੀੋਂ ਫਿਰ ਹੋਰ ਫੌਜ ਆ ਗਈ ਸੀ, ਜਦੋਂ ਚਮਕੌਰ ਦੀ ਗੜੀ ਨੂੰ ਘੇਰਾ ਫਿਰ ਪਾਇਆ। ਤੋ ਇੱਕ ਪਾਸੇ 500 ਸਿੰਘ ਸੀ ਉਸ ਵੇਲੇ, ਇੱਕ ਪਾਸੇ ਲੱਖਾਂ ਦਾ ਦਲ। ਫਿਰ 40 ਸਿੰਘਾਂ ਨੇ ਲੱਖਾਂ ਦਾ ਮੁਕਾਬਲਾ ਕੀਤਾ। ਸਾਧ ਸੰਗਤ, ਤੋ ਅਜਮੇਰੀਆ ਚੜਿਆ, ਅਜਮੇਰ ਚੰਦ ਕਹਿਲੂਰੀਆ ਚੜਿਆ, ਜ਼ਬਰਦਸਤ ਖਾਨ ਨੇ, ਸਰਹੰਦੀ ਨੇ, ਵਜੀਦੇ ਨੇ, ਮਲੇਰਕੋਟ, ਸਾਰਿਆਂ ਨੇ ਰਲ ਕੇ ਤਾਬੜ ਤੋੜ ਹੱਲਾ ਸਿੰਘਾਂ ਦੇ ਉੱਤੇ ਕੀਤਾ। ਟੁੱਟ ਕੇ ਪੈ ਗਏ। ਹੀਰ ਦਸਤ ਸੂਬਾ ਲਵਪੁਰ ਕੋ। ਲਾਹੌਰ ਦਾ ਸੂਬਾ ਜ਼ਬਰਦਸਤ ਖਾਨ, ਸਰਹੰਦ ਦਾ ਸੂਬਾ ਵਜੀਦ ਖਾਨ। ਵਿਉਂਤਬੰਦੀ ਕੀਤੀ ਹੋਈ ਸੀ, ਸਾਰਿਆਂ ਨੇ ਧਾਵਾ ਬੋਲਿਆ। ਦੌਰ ਚਲਿਓ ਪਕੜਨ ਸ੍ਰੀ ਗੁਰ ਕੋ। ਇਹ ਮਨਸੂਬਾ ਬਣਾਇਆ ਸੀ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਿਉਂਦਿਆਂ ਨੂੰ ਫੜਨਾ ਹੈ। ਤੋ ਇਸ ਲਈ ਇਹਨਾਂ ਨੇ ਧਾ ਕੇ ਇਸੇ ਵਿਉਂਤਬੰਦੀ ਨਾਲ ਹੱਲਾ ਕੀਤਾ ਵੀ ਸਿੰਘਾਂ ਦੀ ਗਿਣਤੀ ਕਿੰਨੀ ਕਾ, ਸਾਰੇ ਵੱਢ ਦਿਆਂਗੇ ਅਸੀਂ, ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਯਕੀਨਨ ਜਿਉਂਦਿਆਂ ਗ੍ਰਿਫਤਾਰ ਕਰਾਂਗੇ। 500 ਦੇ ਸਾਹਮਣੇ, 10 ਲੱਖ ਦੇ ਸਾਹਮਣੇ 500 ਦੀ ਕੀ ਪਾਇਆ। ਸੋ ਇਹ ਯਕੀਨੀ ਬਣਾਇਆ ਸੀ ਵੀ ਇਸ ਵੇਲੇ ਹੁਣ ਇਹ ਯਕੀਨਨ
ਅਸੀਂ 7 ਪੋਹ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੈਦ ਕਰ ਲਵਾਂਗੇ। ਇਸ ਸਕੀਮ ਦੇ ਅਧੀਨ, ਇਸ ਸਾਜ਼ਿਸ਼ ਦੇ ਅਧੀਨ, ਇਸ ਯੁੱਧ ਨੀਤੀ ਦੇ ਅਧੀਨ ਸਾਰੇ ਦਲਾਂ ਨੇ ਰਲ ਕੇ ਧਾਵਾ ਬੋਲਿਆ। ਬੇਸ਼ੁਮਾਰ ਜਿਮ ਨਿਸ ਅੰਧਿਆਰੀ, ਬੇਸ਼ੁਮਾਰ ਜਿਮ ਨਿਸ ਅੰਧਿਆਰੀ। ਜਿਵੇਂ ਹਨੇਰਾ ਸੰਘਣਾ ਸੀ ਨਾ, ਵੀ ਚਾਰੇ ਪਾਸੇ ਕੁਝ ਨਹੀਂ ਦਿਸਦਾ, ਇਦਾਂ ਹੀ ਫੌਜ ਸੰਘਣੀ ਸੀ। ਘਟਾ ਚੜ ਕੇ ਫੌਜ ਦੀ ਆਈ, ਸੈਨਾ ਉਮੜੀ ਸਭ ਇੱਕ ਵਾਰੀ। ਸੈਨਾ ਉਮੜੀ, ਜਿਵੇਂ ਅੰਧਕਾਰ ਤਮ ਛਾਇਆ ਹੋਇਆ ਸੀ ਗਹਿਰਾ, ਇੰਨੀ ਫੌਜ ਗਹਿਰੀ ਸੀ ਜਿਹੜੀ ਉਮੜ ਕੇ ਸਿੱਖਾਂ ਦੇ ਉੱਤੇ ਪੈ ਗਈ। ਗੁਰ ਸੂਰਜ ਕੋ ਪਕਰਨ ਹੇਤ। ਵੇਖੋ, ਜਿਵੇਂ ਹਨੇਰੇ ਨਾਲ ਤੁਲਨਾ ਕੀਤੀ ਨਾ ਇੱਥੇ ਜੀ ਫੌਜ ਦੀ, ਜਿਵੇਂ ਗਹਿਰਾ ਹਨੇਰਾ ਉਵੇਂ ਗਹਿਰੀ ਫੌਜ। ਪਰ ਜਿੰਨਾ ਮਰਜ਼ੀ ਹੀ ਗਹਿਰਾ ਹਨੇਰਾ ਹੋਵੇ, ਕੀ ਸੂਰਜ ਦੇ ਉੱਤੇ ਜਿੱਤ ਪਾ ਲੇਗਾ ਜੀ? ਰਾਤ ਬੜੀ ਕਾਲੀ ਹੈ ਤੇ ਉਹ ਸੂਰਜ ਨੂੰ ਆਪਣੀ ਲਪੇਟ 'ਚ ਲੈ ਲੇਗੀ। ਜਦੋਂ ਸੂਰਜ ਉਹਦੇ ਹੁੰਦਾ, ਹਨੇਰੇ ਦੀ ਹਿੱਕ ਚੀਰ ਕੇ ਆਪਣੇ ਚਾਨਣ ਨੂੰ ਬਖੇਰ ਦਿੰਦਾ, ਨੂਰੋ ਨੂਰ ਕਰ ਦਿੰਦਾ। ਇਸੇ ਤਰ੍ਹਾਂ ਇਹ ਲੱਖਾਂ ਦੀ ਗਿਣਤੀ ਦਾ ਦਲ ਕਾਲੀ ਰਾਤ ਵਾਂਗ, ਕਾਲੀ ਘਟਾ ਵਾਂਗ ਛਾਇਆ, ਪਰ ਗੁਰ ਸੂਰਜ ਕੋ ਪਕੜਨ ਹੇਤ। ਜਿਵੇਂ ਹਨੇਰਾ ਸੂਰਜ ਨੂੰ ਕੱਜਣਾ ਚਾਹੁੰਦਾ, ਇਹ ਇਦਾਂ ਸਤਿਗੁਰੂ ਜੀ ਨੂੰ ਆਪਣੀ ਪਕੜ 'ਚ ਲੈਣਾ ਚਾਹੁੰਦੇ, ਜਿਨ੍ਹਾਂ ਦਾ ਕੋਟ ਕੋਟ ਸੂਰਜ ਵੀ ਜਿਨ੍ਹਾਂ ਦੇ ਪ੍ਰਤਾਪ ਦਾ ਸਾਹਮਣਾ ਨਹੀਂ ਕਰ ਸਕਦੇ। ਸਾਸ ਨਾਮੁਮਕਿਨ ਕਾਰਜ ਸੀ। ਭਾਵੇਂ 10 ਲੱਖ ਦੀ ਜਗ੍ਹਾ 50 ਲੱਖ ਹੁੰਦਾ, ਕਰੋੜ ਹੁੰਦਾ, 10 ਕਰੋੜ ਹੁੰਦਾ, ਕਦੀ ਵੀ ਹਨੇਰੇ ਦੀ ਘਟਾ ਸੂਰਜ ਨੂੰ ਗ੍ਰਿਫਤ ਵਿੱਚ ਨਹੀਂ ਲੈ ਸਕਦੀ ਜੀ। ਇਸੇ ਤਰ੍ਹਾਂ ਇਹ ਜ਼ਾਲਮਾਂ ਦਾ ਦਲ, ਇਹ ਖੋਟੀ ਨੀਅਤ ਵਾਲਿਆਂ ਦਾ ਦਲ, ਇਹ ਕੂੜ ਦੀ ਘਟਾ ਸੱਚ ਨੂੰ ਛੁਪਾ ਨਹੀਂ ਸਕਦੀ। ਗੁਰੂ ਦੇ ਤੇਜਸਵੀ ਜਲਾਲ ਦੇ ਸਾਹਮਣੇ ਇਹ ਦੁਸ਼ਟਾਂ ਦੀ ਸਮਰੱਥਾ ਨਹੀਂ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਸਕਣ। ਪਰ ਮਨਸੂਬਾ ਇਹ ਸੀ ਕਿ ਸਿੰਘ ਕਤਲ ਕਰ ਦਿਓ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕੈਦ ਕਰ ਲਵੋ। ਗਹਿ ਗਹਿ ਆਯੁਧ ਉਮੜੇ ਖੇਤ। ਸਭ ਜੀ ਚਾਅ ਚੜਿਆ ਵੀ ਹੁਣ ਜੰਗ ਮੁੱਕ ਜਾਣੀ ਹੈ, ਸੂਰਜ ਉਹਦੇ ਹੋਣ ਤੋਂ ਪਹਿਲਾਂ ਪਹਿਲਾਂ ਜੰਗ ਖਤਮ ਹੋ ਜਾਣੀ ਆ, ਸਾਨੂੰ ਵੱਡੇ ਇਨਾਮ ਮਿਲਣਗੇ ਜਦੋਂ ਔਰੰਗਜ਼ੇਬ ਦੇ ਕੋਲ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੂੰ ਕੈਦ ਕਰਕੇ ਲੈ ਕੇ ਜਾਵਾਂਗੇ। ਤੋ ਇਹ ਛਾਲਾਂ ਮਾਰਦੇ, ਹਥਿਆਰ ਸਾਂਭੇ, ਦੌੜੇ, ਬੜੇ ਚਾਅ ਹੁਲਾਸ ਨਾਲ ਭੱਜਦੇ ਹੋਏ ਸਾਰਾ ਫੌਜੀ ਦਲ ਜਿਹੜਾ ਸੀ ਤੁਰਕਾਂ ਦਾ, ਪਹਾੜੀ ਰਾਜਿਆਂ ਦਾ, ਵਿਸ਼ਨੂੰ ਦੀਆਂ ਗਾਂ ਮਾਤਾ ਦੀਆਂ ਕਸਮਾਂ ਖਾਣ ਵਾਲੇ, ਜਿਨ੍ਹਾਂ ਨੇ ਜਿਹੜੇ ਗਾਂ ਨੂੰ ਮਾਂ ਮੰਨਦੇ ਸੀ, ਕੁਰਾਨ ਮਜੀਦ ਨੂੰ ਜਾਮਨ ਬਣਾਉਣ ਵਾਲੇ, ਸਭ ਈਮਾਨ ਦੀਨ ਧਰਮ ਛਿੱਕੇ ਟੰਗ ਕੇ ਠੁਕਰਾ ਕੇ ਆਪਣੇ ਕੂੜ ਦੇ ਅੱਗੇ ਸਤਿਗੁਰੂ ਜੀ ਉੱਤੇ ਧਾ ਪਏ। ਕੋ ਆਗੈ ਕੋ ਪਛਾਤ। ਬਸ ਜੀ ਵਾਹੋ ਦਾ ਹੀ ਭੱਜੇ, ਕੋਈ ਅੱਗੇ ਅੱਗੇ ਭੱਜਦਾ, ਕੋਈ ਪਿੱਛੇ ਦੌੜਾ ਜਾਂਦਾ ਹੈ। ਦੌਰਤ ਜਾਤ ਗਿਰੈ ਕੋ ਖਾਤ। ਪਹਾੜੀ ਖੇਤਰ ਸੀ, ਪੱਥਰ ਹੈ, ਟਿੱਬੇ ਨੇ, ਟੋਏ ਨੇ, ਖੱਡਾਂ ਨੇ, ਰੁੱਖ ਨੇ, ਝਾੜੀਆਂ ਨੇ, ਬੂਟੀਆਂ ਨੇ। ਇਸ ਵਾਸਤੇ ਜਦੋਂ ਇਹ ਭੱਜਦੇ ਨੇ ਤੇ ਅੱਗੇ ਅੱਗੇ ਦੌੜਨ ਦਾ ਯਤਨ ਕਰਦੇ ਨੇ। ਦੌਰਤ ਜਾਤ ਗਿਰੈ ਕੋ ਖਾਤ, ਖਾਤੇ 'ਚ, ਟੋਇਆਂ 'ਚ, ਟਿੱਬਿਆਂ 'ਚ, ਖੱਡਾਂ ਦੇ ਵਿੱਚ। ਸੋ ਇਹ ਇਦਾਂ ਦਾ ਉੱਬੜ ਖੱਬੜ ਰਸਤਾ ਸੀ, ਔਖਾ ਵਿਖੜਾ ਰਸਤਾ ਸੀ। ਰਾਤ ਹਨੇਰੀ ਹੈ, ਪਰ ਹੁਲਾਸ ਬੜਾ ਸੀ, ਇਹਨਾਂ ਨੂੰ ਚਾਅ ਬੜਾ ਸੀ ਵੀ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕੈਦ ਕਰਕੇ ਬਹੁਤ ਭੱਲ ਖੱਟਣੀ ਆ ਸੀ, ਭਾਵੇਂ ਧੋਖੇ ਨਾਲ ਦਗਾ ਕਰਕੇ, ਛਲ ਕਰਕੇ, ਕਪਟ ਕਰਕੇ, ਧਰਮ ਇਮਾਨ ਛਿੱਕੇ ਟੰਗ ਕੇ ਆਪਣੇ ਵੱਲੋਂ ਤੇ ਦਾ ਵਰਤੇ। ਮੇਰੇ ਸਤਿਗੁਰੂ ਅੰਤਰਜਾਮੀ ਸਭ ਜਾਣਦੇ, ਪਰ ਇਹ ਚਤਰਾਈ ਇਹ ਕਹਿ ਰਹੀ ਹੈ ਵੀ ਕੱਲ ਦਾ ਸੂਰਜ ਸਾਡੀ ਸੋਭਾ ਦਾ ਸਿਖਰ ਹੋਏਗਾ। ਸੱਚੇ ਪਾਤਸ਼ਾਹ ਦੇ ਬਵੇਂ ਡਿੱਗਦੇ ਢਹਿੰਦੇ, ਠੋਕਰਾਂ ਖਾਂਦੇ, ਖਾਤਿਆਂ ਟੋਇਆਂ 'ਚ ਡਿੱਗਦੇ, ਅੱਗੇ ਹੀ ਅੱਗੇ ਬੜੇ ਚਾਅ ਨਾਲ ਵਧਣ ਲੱਗੇ। ਕਿਤਕ ਪਰਸ ਪਰ ਲਗਹਿ ਧਕੀਲੇ। ਕਈ ਇੱਕ ਦੂਜੇ ਨੂੰ ਧੱਕਾ ਪੈਂਦਾ ਪਿਛੋਂ। ਹੁਣ ਦਲ ਬਹੁਤਾ ਸੀ ਜੀ, ਵੇਖੋ ਘੱਟੋ ਘੱਟ ਮੈਨੂੰ ਲੱਗਦਾ ਆਪਾਂ ਸਾਰਿਆਂ ਨੇ ਜ਼ਿੰਦਗੀ 'ਚ 8-10 ਲੱਖ ਦਾ ਇਕੱਠ, ਬਹੁਤ ਵੱਡੀ ਗਿਣਤੀ ਹੁੰਦੀ ਹੈ 10 ਲੱਖ, ਕਈ ਮੀਲਾਂ ਤੱਕ। ਆਪਣੇ ਕੋਲ ਸ਼੍ਰੀ ਫਤਿਹਗੜ੍ਹ ਸਾਹਿਬ ਲੱਖਾਂ ਦੀ ਗਿਣਤੀ 'ਚ ਸੰਗਤ ਸ਼ਹੀਦੀ ਦਿਹਾੜਿਆਂ 'ਚ ਆਉਂਦੀ ਆ, ਪਰ ਲਗਾਤਾਰ 1 ਮਹੀਨਾ
ਰੈਗੂਲਰ ਤੇ ਖਾਸ ਕਰਕੇ ਜਿਹੜੇ ਉਹ ਇੱਕ ਹਫ਼ਤੇ ਦੇ ਦਿਨ ਹੁੰਦੇ ਆ, ਸੰਗਤ ਆਈ ਜਾਂਦੀ ਹੈ ਜਾਈ ਜਾਂਦੀ ਹੈ, ਫਿਰ ਵੀ ਕਿੰਨੀ ਦੂਰ ਤੱਕ ਜੋੜ ਮੇਲ, ਸੰਗਤ ਹੀ ਸੰਗਤ, ਕੋਹਾਂ ਤੱਕ, ਸ਼ਹਿਰਾਂ ਤੋਂ ਬਾਹਰ ਚਲੇ ਜਾਈਏ ਤੇ ਰਸਤੇ ਖਾਲੀ ਨਹੀਂ ਮਿਲਦੇ। ਇੰਨੀ ਵੱਡੀ ਗਿਣਤੀ 'ਚ ਉਸ ਵੇਲੇ ਦਲ ਸੀ, ਕੋਈ ਟੋਇਆਂ 'ਚ ਡਿੱਗ ਰਿਹਾ, ਖੱਡਾਂ 'ਚ ਡਿੱਗ ਰਿਹਾ, ਕੋਈ ਇੱਕ ਦੂਜੇ ਨੂੰ ਧੱਕੇ ਤੇ ਧੱਕਾ ਪੈ ਰਿਹਾ, ਕਿਤਕ ਪਰਸਪਰ ਲੱਗਾ ਧਕੇਲੇ, ਇੱਕ ਦੂਜੇ ਤੇ ਡਿੱਗਦੇ ਢਹਿੰਦੇ। ਬੜੇ ਅਸਲ 'ਚ ਅੰਦਰ ਬੜਾ ਚਾਅ ਚੜਿਆ ਸੀ ਨਾ ਵੀ ਅਸੀਂ ਸਿੱਖ ਖਤਮ ਕਰ ਦਿੰਦੇ ਹਾਂ ਹੁਣ ਸਾਰੇ। ਕਿਲੇ 'ਚ ਸੁਰੱਖਿਅਤ ਸਨ, ਬਾਹਰ 500 ਕੀ ਕਰੇਗਾ 8-10 ਲੱਖ ਦੇ ਸਾਹਮਣੇ, ਤਾਂ ਹੁਣ ਇਹ ਸਾਰੀ ਇਹ ਖੇਡ ਮੁਕਾ ਦੇਣੀ ਆ। ਇਸ ਲਈ ਇਸ ਚਾਅ ਵਿੱਚ ਭਾਵੇਂ ਡਿੱਗਦੇ ਸੀ, ਭਾਵੇਂ ਧੱਕੇ ਵੱਜਦੇ ਸੀ, ਪਰ ਅੱਗੇ ਹੀ ਅੱਗੇ ਭੱਜ ਰਹੇ ਨੇ, ਦੌੜ ਰਹੇ ਨੇ ਵੀ ਸੂਰਜ ਉਦੇ ਹੋਣ ਤੋਂ ਪਹਿਲਾਂ ਪਹਿਲਾਂ ਸਾਡੀ ਸੋਭਾ ਦਾ ਸੂਰਜ ਅਸਮਾਨੀ ਚਮਕੇ। ਬਾਜੀ ਲਰਤ ਸੌਰਨ ਮੇਲੇ। ਸਾਧ ਸੰਗਤ, ਬਾਜੀ ਲਰਤ ਸੌਰ ਸੌਰਨ ਮੇਲੇ। ਸੋ ਇਹ ਜਿਹੜੇ ਅਸਵਾਰ ਸਨ, ਠੀਕ ਕਰ ਜਿਹੜੇ ਘੋੜ ਸਵਾਰ ਸਨ, ਉਹ ਵੀ ਵਾਹ ਕੇ ਅੱਗੇ ਧਾ ਕੇ ਅੱਗੇ ਵੱਧ ਰਿਹਾ, ਵਾਹੋ ਤਾਹੀ ਇੱਕ ਦੂਜੇ ਤੋਂ ਅੱਗੇ ਹੋ ਰਹੇ ਹਨ। ਪਰ ਤੂਰਨਤਾ ਪਹੁੰਚੇ ਆਏ। ਤੋ ਛੇਤੀ ਤੋਂ ਛੇਤੀ, ਤੁਰੰਤਾ ਕਰਕੇ ਤੁਰੰਤ, ਕਾਲੀ ਤੋਂ ਕਾਲੀ, ਛੇਤੀ ਤੋਂ ਛੇਤੀ। ਭਾਵੇਂ ਸਤਿਗੁਰੂ ਜੀ 7-8 ਕੋਹ ਗਏ ਸੀ, 8-9 ਕੋਹ ਦੀ ਵਿੱਥ ਤੇ, ਛੇਤੀ ਸਿੰਘਾਂ ਦੇ ਦਲ ਤੱਕ ਪਹੁੰਚਣਾ ਚਾਹੁੰਦੇ ਹਨ। ਸਿੰਘਨ ਕੋ ਪਿਛੇ ਜਹ ਜਾਏ। ਸਿੰਘਾਂ ਦਾ ਪਿੱਛਾ ਕਰ ਰਹੇ ਸੀ ਜੀ। ਸਿੰਘ ਤੁਰੇ ਜਾ ਰਹੇ ਆ ਰੋਪੜ ਵਾਲੇ ਪਾਸੇ ਨੂੰ। ਸਰਸਾ ਦਾ ਨਾਲ ਹੈ, ਪੁਲ ਕੋਈ ਹੁੰਦਾ ਨਹੀਂ ਸੀ, ਰਸਤੇ ਕੱਚੇ ਹੁੰਦੇ ਸੀ। ਤੋ ਸਿੰਘ ਨਿਸ਼ਕਪਟ, ਨਿਰਛਲ, ਜਿਨ੍ਹਾਂ ਦੇ ਅੰਦਰ ਕੋਈ ਕੂੜ ਨਹੀਂ, ਫਰੇਬ ਨਹੀਂ, ਕੋਈ ਅੰਦਰ ਚਤੁਰਾਈ ਨਹੀਂ, ਧੋਖਾ ਨਹੀਂ ਕਿਸੇ ਪ੍ਰਤੀ, ਉਹ ਸ਼ੀਸ਼ੇ ਵਰਗੇ ਦਿਲ ਸਾਫ਼ ਨੇ। ਉਹ ਤੁਰੇ ਜਾ ਰਹੇ ਨੇ ਜੀ ਆਪਣੇ ਮਾਰਗ ਦੇ ਉੱਤੇ ਰੋਪੜ ਵਾਲੇ ਪਾਸੇ ਨੂੰ। ਪਿਛੋਂ ਦਲ ਹੜ ਵਾਂਗ ਚੜਿਆ ਹੁੰਦਾ ਹੈ। ਸੁਨ ਕੈ ਸ਼ਬਦ ਹਟਾਵਨ ਕਰੇ। ਸਾਧ ਸੰਗਤ, ਸਿੰਘਾਂ ਨੇ ਆਵਾਜ਼ ਸੁਣ ਲਈ ਵੀ ਪਿੱਛੋਂ ਤੇ ਦਲ ਤੁਰਿਆ ਹੁੰਦਾ। ਕੁਦਰਤੀ ਸੀ, ਕੰਨਾਂ 'ਚ ਆਵਾਜ਼ ਪੈਣੀ ਸੀ। ਜਦੋਂ 8-10 ਲੱਖ ਫੌਜ ਮਾੜੀ ਮੋਟੀ ਨੇੜੇ ਜਦੋਂ ਪਹੁੰਚੀ, ਤੇ ਜਦੋਂ ਕੰਨਾਂ ਦੇ ਵਿੱਚ ਆਵਾਜ਼ ਪਈ ਤੇ ਸਿੰਘ ਸੁਚੇਤ ਹੋ ਗਏ ਵੀ ਪਿੱਛੇ ਆ ਰਹੇ ਨੇ, ਬਈ ਪਹੁੰਚਣ ਵਾਲੇ ਆ। ਉਹਨਾਂ ਦਾ ਵੀ ਫਰਜ਼ ਬਣਦਾ ਸੀ ਵੀ ਭਾਈ ਹੁਣ ਭਾਵੇਂ ਤੁਰੇ ਜਾਂਦਿਆਂ ਢਾਲਾਂ ਦੀ ਮੋਰਚਾਬੰਦੀ ਕਰਨੀ ਪਏ, ਮਨੁੱਖੀ ਸਰੀਰਾਂ ਦੀ ਦੀਵਾਰ ਖੜੀ ਕਰਨੀ ਪਏ, ਹੁਣ ਤੇ ਰੁਕ ਕੇ ਮੁਕਾਬਲਾ ਕਰਨਾ। ਕਿਉਂਕਿ ਸਿੰਘ ਭੱਜ ਕੇ ਥੋੜੀ ਜਾ ਰਹੇ ਸੀ, ਛੁਪ ਕੇ ਥੋੜੀ ਜਾ ਰਹੇ ਸੀ, ਜਾਂ ਹਥਿਆਰ ਸੁੱਟ ਕੇ ਥੋੜੀ ਜਾ ਰਹੇ ਸੀ। ਹਥਿਆਰਾਂ ਨਾਲ ਲੱਦੇ ਹੋਏ ਆ, ਹਰ ਵੇਲੇ ਤਤਪਰ ਨੇ, ਯੁੱਧ ਵਿੱਚ ਜੂਝ ਰਹੇ ਨੇ। ਨਾ ਕੋਈ ਖੌਫ ਹੈ, ਨਾ ਕੋਈ ਭੈ ਹੈ। ਜਦੋਂ ਆਵਾਜ਼ ਆਈ ਵੈਰੀ ਆ ਰਿਹਾ, ਤੇ ਤਿਆਰ ਬਰ ਤਿਆਰ ਖਾਲਸਾ। ਸਿੰਘਾਂ ਨੇ ਮੁੱਖ ਪਿੱਛੇ ਨੂੰ ਮੋੜ ਲਏ। ਕੌਣ ਆਹੋ ਤੁਮ ਰਹੀ ਹੈ ਖਰੇ। ਵੰਗਾਰਿਆ ਅੱਗੋਂ ਸਿੰਘਾਂ ਨੇ ਵੀ, ਜਕਾਰਿਆਂ ਦੀ ਗੂੰਜ ਵਿੱਚ। ਰਾਤ ਦੇ ਹਨੇਰੇ 'ਚ ਜਦੋਂ ਵੈਰੀ ਦਲ ਦੇ ਆਮਦ ਨੂੰ ਮਹਿਸੂਸ ਕੀਤਾ, ਤੇ ਸਿੰਘ ਵੀ ਅਸਮਾਨੀ ਬੱਦਲ ਵਾਂਗ ਗਰਜੇ, ਕੌਣ ਹੋ ਤੁਸੀਂ, ਰੁਕੋ। ਸਿੰਘਾਂ ਨੇ ਅੱਗੋਂ ਸ਼ੇਰ ਵਾਲੀ ਗਰਜ ਦੇ ਨਾਲ ਆਉਂਦੀ ਵਾਰ ਦਾ ਸਵਾਗਤ ਕੀਤਾ। ਦੋਏ ਦਿਸ਼ ਦੁਸ਼ਮਨ ਜਾਣੇ ਗਏ। ਵੇਖਿਆ ਵੀ ਭਾਈ ਵੈਰੀ ਦਲ ਨੇ ਸਾਨੂੰ ਘੇਰਾ ਪਾਉਣ ਦਾ ਯਤਨ ਕੀਤਾ। ਜਿੰਨੀ ਛੇਤੀ ਇੱਧਰੋਂ ਸੱਜਿਓਂ ਖੱਬਿਓਂ ਜਿੱਧਰੋਂ ਦਾ ਲੱਗਿਆ, ਯੁੱਧ ਦੀ ਚਾਲ ਨੂੰ ਸਿੰਘਾਂ ਨੇ ਸਮਝਦਿਆਂ ਦੇਰ ਨਾ ਲਾਈ। ਸ਼ਸਤਰਨ ਗਹਿ ਸੁਚੇਤ ਸਭ ਭਏ। ਤੋ ਸਾਧ ਸੰਗਤ, ਸ਼ਸਤਰਨ ਗਹਿ ਸੁਚੇਤ ਸਭ ਪਏ। ਤਿਆਰ ਬਰ ਤਿਆਰ ਸਨ, ਕੋਈ ਹਥਿਆਰ ਸੁੱਟ ਕੇ ਥੋੜੀ ਆਏ ਸੀ। ਤੋ ਸ਼ਸਤਰ ਸੰਭਾਲੇ ਤੇ ਮੈਦਾਨੇ ਜੰਗ 'ਚ ਜੂਝਣ ਵਾਸਤੇ ਸਿੰਘ ਚੇਤਨ ਹੋ ਗਏ। ਜਵਾਲਾ ਬਵਣੀ ਦੁਸ਼ਟਨ ਦਮਣੀ। ਹਾਂ, ਇਹ ਬੜਾ ਸਿੰਘਾਂ ਦਾ ਇੱਕ ਯੁੱਧ ਨੀਤੀ ਦਾ ਉੱਤਮ ਤਰੀਕਾ ਸੀ ਕਿ ਜਿੰਨੀ ਬਹੁਤੀ ਗਿਣਤੀ 'ਚ ਦੁਸ਼ਮਣ ਸਿਰ ਦੇ ਵਾਲਾਂ ਵਾਂਗੂ ਭੀੜ ਜੁੜੀ ਆਉਂਦੀ ਸੀ, ਉਹਨਾਂ ਸਿੰਘਾਂ ਨੂੰ ਜ਼ਿਆਦਾ ਚਾਅ ਚੜ੍ਹਦਾ ਸੀ ਵੀ ਸਾਡਾ ਇੱਕ ਵੀ ਤੀਰ, ਇੱਕ ਵੀ ਗੋਲੀ ਅਜਾਈ ਨਹੀਂ ਜਾਏਗੀ। ਤੋ ਜਿਹੜੀਆਂ ਤੋੜੇ ਤੁਖਾ ਕੇ ਪਹਿਲਾਂ ਹੀ ਪਲੀਤੇ ਦਾਗੇ ਹੋਏ ਸੀ,
ਜਦੋਂ ਛੋਇਆ ਪਲੀਤਾ ਤੇ ਜਵਾਲਾ ਬੰਮਣੀ ਨੇ ਅੱਗ ਉਗਲਣੀ ਸ਼ੁਰੂ ਕਰ ਦਿੱਤੀ। ਛੁੱਟਣ ਲੱਗੀ ਸਨਮੁਖ ਰਿਪ ਛਮਣੀ। ਤੋ ਜਿਹੜੀ ਅਗਲੀ ਵਾਰ ਸੀ ਨਾ ਅੱਗੇ ਤੁਰੀ ਆਉਂਦੀ, ਉਹ ਇੱਕ ਵਾਰੀ ਤੇ ਫਿਰ ਚਿੱਥੜੇ ਉੱਡਦੇ ਹੀ ਨਜ਼ਰ ਆਏ ਨਾ ਜੀ। ਸਿੰਘਾਂ ਨੇ ਆਉਂਦੇ ਦਲ ਦਾ ਇਦਾਂ ਸਵਾਗਤ ਕੀਤਾ। ਦਗਾ ਕਰਿਓ ਮਿਲ ਤੁਰਕ ਪਹਾਰੀ। ਇਹ ਦਗਾ ਸੀ ਜੀ, ਖੋਟ ਸੀ। ਸੱਚੇ ਪਾਤਸ਼ਾਹ ਮਹਾਰਾਜ ਨੂੰ ਪਤਾ ਸੀ ਨੀਅਤ ਦਾ। ਤੋ ਸਿੰਘ ਕਹਿਣ ਲੱਗੇ ਵੀ ਆਹ ਹੈ ਇਹਨਾਂ ਦੀ ਹਕੀਕਤ, ਆਹ ਹੈ ਇਹਨਾਂ ਦਾ ਧਰਮ ਤੇ ਇਮਾਨ, ਇਹ ਹੈ ਦਿਲਾਂ ਦੇ ਅੰਦਰ ਸਨਮਾਨ। ਸੱਚ ਉਜਾਗਰ ਸੀ ਚਿੱਟੇ ਦਿਨ ਵਾਂਗ, ਕਾਲੇ ਹਨੇਰੇ ਦੇ ਅੰਦਰ ਪਾਪ ਖੋਟ ਜਿਹੜੀ ਸੀ ਉਹ ਚਿੱਟੇ ਸੂਰਜ ਵਾਂਗ ਚਮਕ ਰਹੀ ਸੀ। ਤਬ ਜਾਨੀ ਸਿੰਘਨ ਸੁਧ ਸਾਰੀ। ਸਿੰਘ ਸਮਝ ਗਏ ਵੀ ਭਾਈ ਹੁਣ ਜੰਗ ਜਿਹੜੀ ਆ ਉਹ ਮੁੱਕੀ, ਗਲ ਪਈ ਹੋਈ ਆ, ਸਾਡੇ ਆ ਗਏ ਨੇ। ਜੰਗ ਵਿੱਢ ਦਿੱਤੀ ਸਿੰਘਾਂ ਨੇ। ਇਸੀ ਹੇਤ ਸਤਿਗੁਰੂ ਹਟਾਵਤ। ਉਹ ਸਮਝ ਸੀ ਵੀ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਤਾ ਸੀ ਸਾਰੀ ਗੱਲ ਦਾ ਜੀ। ਬਾਰ-ਬਾਰ ਸਤਿਗੁਰੂ ਜੀ ਇਹੀ ਕਹਿੰਦੇ ਸੀ ਸਿੰਘਾਂ ਨੂੰ ਵੀ ਇਹ ਨੀਅਤ ਦੇ ਖੋਟੇ ਨੇ। 1% ਧੋਖਾ ਤੇ ਉਹ ਹੁੰਦਾ ਵੀ ਜਿਹੜਾ ਵੀ ਗੱਲਾਂ 'ਚ ਲੈ ਲਿਆ, ਛਲ 'ਚ ਆ ਗਏ, ਵਿਸ਼ਵਾਸ ਕਰ ਲਿਆ। ਮਹਾਰਾਜ ਨੇ ਕਿਹਾ ਸੀ ਕਦੀ ਵੀ ਖੋਟੀ ਨੀਅਤ ਦੇ ਪਾਪੀ ਹਾਕਮਾਂ ਦਾ ਯਕੀਨ ਨਹੀਂ ਕਰਨਾ। ਇੱਕ ਤੇ ਹੁੰਦਾ ਮੈਦਾਨੇ ਜੰਗ ਵਿੱਚ ਹਥਿਆਰਾਂ ਨਾਲ ਜੂਝਣਾ, ਇੱਕ ਹੁੰਦਾ ਟੇਬਲ ਟਾਕ ਕਰਕੇ ਵਿਚਾਰਾਂ ਦੀ ਜੰਗ ਕਰਨੀ। ਤੇ ਸਤਿਗੁਰੂ ਜੀ ਨੇ ਇਹ ਚੰਗੀ ਤਰ੍ਹਾਂ ਹਦਾਇਤ ਕੀਤੀ ਖਾਲਸਾ ਪੰਥ ਜੀ ਨੂੰ ਪੱਲੇ 'ਚ ਬੰਨਣਾ ਕਿ ਗੱਲ ਇਹ ਨਹੀਂ ਕਿ ਅਸੀਂ ਹਥਿਆਰਾਂ ਨਾਲ ਮੈਦਾਨ 'ਚ ਜਿੱਤ ਸਕਦੇ ਹਾਂ, ਟੇਬਲ ਦੇ ਉੱਤੇ ਬੈਠ ਕੇ ਵਿਚਾਰਾਂ ਨਾਲ ਵੀ ਜਿੱਤਣਾ। ਤੇ ਇਹ ਖਿਆਲ ਰੱਖਣਾ ਕਿ ਹਾਕਮ ਬਦ ਨੀਅਤ ਹੋਵੇ, ਪਾਪ ਤੇ ਉਤਾਰੂ ਹੋਵੇ, ਰੱਬ ਦਾ ਖੌਫ ਨਾ ਹੋਵੇ, ਉਹਦੇ ਉੱਤੇ ਵਿਸ਼ਵਾਸ ਕਦੀ ਨਹੀਂ ਕਰਨਾ। ਸਿਖਾਇਆ ਮਹਾਰਾਜ ਨੇ ਸਾਨੂੰ। ਸਿੰਘ ਕਹਿੰਦੇ ਹਾਂ ਸਤਿਗੁਰੂ ਜੀ ਸਾਨੂੰ ਸਹੀ ਸਿੱਖਿਆ ਦਿੰਦੇ ਸੀ। ਸਮਝ ਸਿੰਘ ਸਭ ਚਿਤ ਪਛਤਾਵਤ। ਉਹ ਸਿੰਘ ਕਹਿੰਦੇ ਵੀ ਅਸੀਂ ਇਹ ਥੋੜਾ ਭਰਮ ਸਮਝਦੇ ਸੀ ਵੀ ਸ਼ਾਇਦ ਬਾਹਰ ਨਿਕਲਣਾ ਸੁਰੱਖਿਅਤ ਹੈ। ਗੁਰੂ ਸਾਹਿਬ ਜੀ ਠੀਕ ਕਹਿੰਦੇ ਸਨ। ਅਬ ਕਿਆ ਹੋਏ ਸ਼ੋਰ ਗੱਡ ਧਾਈ। ਹੁਣ ਠੀਕ ਹੈ ਜੀ, ਜੰਗ ਸਿਰ ਤੇ ਪਈ ਹੈ ਤੇ ਪਛਤਾਉਣ ਦਾ ਕੋਈ ਵੇਲਾ ਨਹੀਂ ਹੈ। ਹੁਣ ਤੇ ਜੂਝਣ ਦਾ ਸਮਾਂ ਹੈ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ। ਮਰਨੇ ਤੇ ਕਿਆ ਡਰਪਣਾ। ਜਬ ਹਾਥ ਸੰਧੌਰਾ ਲਈ ਸਤੀ ਨੂੰ ਜਦੋਂ ਚਿਖਾ ਤੇ ਬਿਠਾਉਣਾ ਹੁੰਦਾ, ਤੇ ਜੇ ਇੱਕ ਵਾਰੀ ਸੰਧੌਰਾ ਫੜ ਲਿਆ ਤੇ ਫਿਰ ਉਹ ਭਾਵੇਂ ਪਿੱਛੇ ਨੂੰ ਵੀ ਭੱਜੇ, ਫਿਰ ਤੇ ਚੁੱਕ ਕੇ ਅੱਗ ਤੇ ਸੁੱਟ ਹੀ ਦੇਣਾ। ਤੇ ਫਿਰ ਡਰ ਕਿਸ ਗੱਲ ਦਾ ਜਦੋਂ ਸੰਧੌਰਾ ਫੜ ਹੀ ਲਿਆ। ਸੂਰਮਾ ਕਾਹਦਾ ਵੀ ਮੈਦਾਨੇ ਜੰਗ ਵਿੱਚ ਆਏ ਤੇ ਮੌਤ ਦੇ ਖੌਫ ਤੋਂ ਫਿਰ ਉਹ ਭੈਭੀਤ ਹੋ ਜਾਏ। ਸੂਰ ਕੇ ਸਨਮੁਖ ਰਣ ਤੇ ਡਰ ਪੈ, ਸਤੀ ਕੇ ਸੰਚੈ ਭਾਂਡੇ। ਉਹ ਕਹੇ ਮੈਂ ਸਤੀ ਹੋਣ ਤੋਂ ਪਹਿਲਾਂ ਆਪਣੇ ਭਾਂਡੇ ਸਾਂਭ ਲਵਾਂ, ਹੁਣ ਆ ਗਈ ਹੈ ਵਾਰੀ ਤੇ ਛਾਲਾ ਮਾਰੋ। ਉਹ ਕਾਹਦੀ ਸਤੀ ਹੋਣ ਚੱਲੀ ਹੈ। ਉਹ ਕਹਿੰਦੇ ਮੈਨੂੰ ਘਰ ਦਾ ਫਿਕਰ ਹੈ, ਮੇਰੇ ਭਾਂਡੇ ਖਿਲਰੇ, ਬਰਤਨ ਮੈਂ ਸਾਂਭ ਕੇ ਆਉਂਦੀ ਹਾਂ। ਹੁਣ ਤੇ ਅਗਾਂਹ ਕੂ ਧਰਾਂਗ, ਪਿੱਛੇ ਫੇਰਨਾ ਮੋਹ ਡੜਾ। ਤੋ ਸਿੰਘ ਤਿਆਰ ਬਰ ਤਿਆਰ ਸੀ। ਜੰਗ ਵਿੱਢ ਦਿੱਤੀ। ਲਰਬੋ ਸਨਮੁਖ ਹੀ ਬਨ ਆਏ। ਇਹੀ ਸੀ, ਇੱਕ ਰਾਹ ਹੀ ਸੀ। ਤੋ ਸਿੰਘ ਵੀ ਤਿਆਰ ਸਨ, ਸ਼ਸਤਰਾਂ ਨਾਲ ਲੱਦੇ ਹੋਏ ਸੀ, ਤਿਆਰੀ ਕਰਕੇ ਤੁਰੇ ਸੀ। ਮਹਾਰਾਜ ਦਾ ਹੁਕਮ ਸੀ ਜਿੰਨੇ ਜਿੰਨੇ ਸ਼ਸਤਰ ਚੁੱਕ ਸਕਦੇ ਹੋ ਚੁੱਕੋ। ਜਿਹੜਾ ਮਹਾਰਾਜ ਨੇ ਲਕਸ਼ ਦਿੱਤਾ ਸੀ, ਧਰਮ ਯੁੱਧ ਦਾ ਚਾਅ ਜਿਹੜਾ ਭਰਿਆ ਸੀ, ਉਹਦੇ ਵਾਸਤੇ ਸਿੰਘ ਸ਼ੁਰੂ ਹੋ ਗਏ। ਸ੍ਰੀ ਗੁਰ ਕਿਤਕ ਦੂਰ ਚੱਲ ਆਗੇ। ਗੁਰਦੇਵ ਪਾਤਸ਼ਾਹ ਹਜ਼ੂਰ ਜਿਹੜੀ ਪਿੱਛੇ ਸੀ ਨਾ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ ਆਦਿਕ, ਉਹ ਬਿਲਕੁਲ ਪਿਛਲੀ ਬਾਈ ਤੇ ਸਨ ਤੇ ਮਹਾਰਾਜ ਕੁਝ ਅੱਗੇ ਚੱਲ ਰਹੇ ਸੀ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਭਾਈ ਜੀਵਨ ਸਿੰਘ ਜੀ ਹੋਰਾਂ ਨੇ ਆਪਣੇ ਦਲ, ਵੱਖਰੇ ਵੱਖਰੇ ਦਲਾਂ ਦੇ ਜਥੇਦਾਰ ਸਨ। ਉਹਨਾਂ ਨੇ ਆਪਣੇ ਦਲ ਦੇ ਨਾਲ ਦੁਸ਼ਮਣ ਨੂੰ ਤਾਕਤ ਦੀ ਕੰਧ ਬਣ ਕੇ ਚਟਾਨ ਵਾਂਗ ਖੜੇ ਹੋ ਕੇ ਵੈਰੀ ਦਲ ਨੂੰ ਰੋਕ ਦਿੱਤਾ। ਮਹਾਰਾਜ ਜੀ ਅੱਗੇ ਜਾ ਚੁੱਕੇ ਸਨ। ਖਰੇ ਅਜੀਤ ਸਿੰਘ ਰਿਸ ਜਾਗੇ। ਰੋਹ ਵਿੱਚ ਭਰੇ ਹੋਏ, ਜਜ਼ਬੇ ਤੇ ਜੋਸ਼ ਵਿੱਚ ਭਰਪੂਰ ਬਾਬਾ ਅਜੀਤ ਸਿੰਘ, ਖਰੇ ਅਜੀਤ ਸਿੰਘ ਰਿਸ ਜਾਗੇ। ਇੰਨੇ ਜੋਸ਼ ਵਿੱਚ ਸਨ, ਇੰਨੇ ਜਜ਼ਬੇ ਵਿੱਚ ਸਨ, ਇੰਨਾ ਧਰਮ ਯੁੱਧ ਦਾ ਚਾਅ ਸੀ ਅੰਦਰ, ਜ਼ੁਲਮ ਦੀਆਂ ਜੜ੍ਹਾਂ ਪੁੱਟਣ ਵਾਸਤੇ ਇੰਨੀ ਉਤਾਵਲੀ ਸੀ ਜਵਾਨੀ ਬਾਬਾ ਅਜੀਤ ਸਿੰਘ ਜੀ ਦੀ ਸਾਧ ਸੰਗਤ। ਬੜੇ ਬੇਖੌਫ ਨਿਰਭੈ ਯੋਧੇ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ।
ਤੋ ਬੜੇ ਸ਼ੇਰ ਵਰਗੀ ਦਹਾੜ, ਲਾਲ ਸੁਰਖ ਨੇਤਰ, ਵੈਰੀ ਨੂੰ ਕਾਲ ਬਣ ਕੇ ਖਾ ਜਾਣ ਵਾਲੀਆਂ ਅੱਖਾਂ। ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਡਟ ਗਏ। ਤੁਰਕਨ ਅਨੀਕੇ ਮੁਗਲ ਪਠਾਨਾ, ਤੁਰਕਾਂ ਦੀ ਫੌਜ, ਮੁਗਲ ਪਠਾਨ ਸਭ ਜਿਹੜੇ ਚੜੇ ਆਉਂਦੇ ਸਨ। ਘੇਰੇ ਆਨ ਕਰ ਆਯੁਧ ਪਾਨਾ। ਸਾਧ ਸੰਗਤ, ਲੋਹੇ ਤੇ ਲੋਹਾ ਖੜਕਣ ਲੱਗਾ। ਫਿਰ ਤੀਰਾਂ ਤੇ ਗੋਲੀਆਂ ਦਾ ਮੀਂਹ ਵਰਨ ਲੱਗਾ। ਛੋਟੇ ਧੜਾ ਪੜ ਤੁਪਕ ਪੜਾਏ। ਪਹਿਲਾਂ ਤੇ ਦੂਰ ਦੀ ਯੁੱਧ ਜੰਗ ਸਿੰਘ, ਇਹ ਸਿੰਘਾਂ ਦਾ ਨੇਮ ਹੁੰਦਾ ਸੀ, ਦੂਰ ਦੀ ਜੰਗ ਕਰਦੇ ਸੀ। ਤੀਰਾਂ ਤੇ ਗੋਲੀਆਂ ਦੇ ਨਾਲ ਪਹਿਲਾਂ ਦੂਰੋਂ ਵੈਰੀਆਂ ਦੇ ਨਿਸ਼ਾਨੇ ਸਾਧਨੇ। ਸੋ ਫਿਰ ਕੀ ਸੀ, ਧੜਾ ਧੜ ਤੜਾ ਪੜ ਤੜ 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 ਕਰਕੇ ਜਵਾਲਾ ਬੰਮਣੀਆਂ ਜਿਹੜੀਆਂ ਅੱਗ ਉਗਲਣ ਵਾਲੀਆਂ ਤਿਆਰ ਖੜੀਆਂ ਸੀ। ਬਰੂਦ ਉਗਲਣ ਲੱਗੀਆਂ, ਅੱਗ ਬਰਸਣ ਲੱਗੀ। ਮਿਲੇ ਵੀਰ ਟਿਗ ਅਦਕ ਲੜਾਕੇ। ਬੜੇ ਅਦਕ ਲੜਾਕੇ, ਬਹੁਤੇ ਜੰਗਜੂ ਯੋਧੇ, ਛਾਲਾਂ ਮਾਰ ਕੇ ਰਣ ਤੱਤੇ 'ਚ ਕੁੱਦਣ ਵਾਲੇ ਜੁਝਾਰੂ ਸੂਰਮੇ ਵੈਰੀ ਦੇ ਦਲ ਉੱਤੇ ਭੁੱਖੇ ਸ਼ੇਰਾਂ ਵਾਂਗ ਟੁੱਟ ਕੇ ਪੈ ਗਏ। ਸ਼ਿਆਮ ਤਿਮਰ ਮਹਿ ਧੋਖੇ ਪਲੀਤੇ। ਸ਼ਿਆਮ ਤਿਮਰ, ਕਾਲੀ ਰਾਤ ਵਿੱਚ ਧੁੱਖ ਦੇ ਪਲੀਤੇ ਤੇ ਫਟਦਾ ਬਰੂਦ ਜਿਹੜਾ ਅੱਗ ਉਗਲਦਾ ਉਹੀ ਨਜ਼ਰ ਆਉਂਦਾ ਸੀ, ਹੋਰ ਕੁਝ ਨਜ਼ਰ ਨਹੀਂ ਸੀ ਆ ਰਿਹਾ। ਇੱਕ ਤੇ ਸਰਸਾ ਦੇ ਤੱਟ ਦਾ ਕੱਚੇ ਰਾਹ ਦੀ ਘਟਾ, ਨਾ ਭਾਵੇਂ ਬਰਸਾਤ ਸੀ ਪਰ ਫਿਰ ਵੀ ਘੋੜਿਆਂ ਦੇ ਸੁੰਮਾਂ ਦੇ ਨਾਲ ਇੱਕ ਵਾਰੀ ਹਲਚਲ ਤੇ ਮਚ ਗਈ। ਤੇ ਦੂਜੇ ਪਾਸੇ ਰਾਤ ਹਨੇਰੀ ਕਾਲੀ, ਸੂਰਮੇ ਸ਼ੇਰਾਂ ਵਾਂਗ ਭੁੱਖ ਦੇ ਭਾਵੇਂ ਸਤਾਏ ਹੋਏ ਸੀ, ਪਰ ਜਿਨ੍ਹਾਂ ਦੇ ਅੰਦਰ ਚਾਅ ਸਤਿਗੁਰੂ ਜੀ ਨੇ ਧਰਮ ਯੁੱਧ ਦਾ ਭਰਿਆ ਸੀ, ਉਹ ਵੈਰੀ ਦਲ ਉੱਤੇ ਧਾ ਪਏ। ਚਮਕਹਿ ਬਹੁ ਪ੍ਰਕਾਸ਼ ਕੋ ਕੀਤੇ। ਪਲੀਤੇ ਜਿਹੜੇ ਸੀ ਉਹ ਚਮਕਦੇ ਸੀ, ਉਹਦਾ ਚਾਨਣ ਇੱਕ ਵਾਰੀ ਜਦੋਂ ਬਰੂਦ ਫਟਦਾ ਪਲੀਤੇ ਨੂੰ ਦਾਗਿਆ ਜਾਂਦਾ ਉਦੋਂ ਜ਼ਰੂਰ ਰੋਸ਼ਨੀ ਹੋ ਜਾਂਦੀ। ਜਿਮ ਖਦਿਓ ਤਨ ਕੋ ਸਮੁਦਾਈ। ਜਿਮ ਖਦਿਓ ਤਨ, ਫਿਰ ਪੜਿਓ। ਜਿਮ ਖਦਿਓ ਤਨ ਕੋ ਸਮੁਦਾਈ। ਖਦਿਓ ਤਨ ਕਹਿੰਦੇ ਆ ਰਾਤ ਦੇ ਹਨੇਰੇ 'ਚ ਚਮਕਦੇ ਜੁਗਨੂਆਂ ਨੂੰ। ਉਹ ਜਦੋਂ ਪਲੀਤੇ ਦਾਗੇ ਜਾਂਦੇ ਸੀ ਨਾ, ਚੀਜ਼ਾਂ ਧੁਖਦੇ ਸੀ ਪਲੀਤੇ ਜਦੋਂ, ਤੇ ਕਾਲੀ ਰਾਤ ਵਿੱਚ ਇਦਾਂ ਲੱਗ ਰਿਹਾ ਸੀ ਜਿਵੇਂ ਜੁਗਨੂ ਟਿਮਟਿਮਾ ਰਹੇ ਹੋਵਣ। ਚਮਕਤ ਹੈ ਇਸ ਬਿਦ ਦਮਕਾਈ। ਇਦਾਂ ਚਮਕਦੇ ਸੀ ਤੇ ਦਮਕਦੇ ਸੀ। ਸ਼ਬਦ ਹੋਤ ਜਿਮ ਗਾਜਤ ਗਾਜ। ਜਿਵੇਂ ਬੱਦਲ ਗਰਜਦਾ ਨਾ ਜੀ, ਸਾਰੇ ਅਸਮਾਨ 'ਚ ਗੂੰਜ ਪੈ ਜਾਂਦੀ ਹੈ। ਇਦਾਂ ਕਾਲੀ ਰਾਤ ਵਿੱਚ ਆਵਾਜ਼ ਗੜਗੜਾਹਟ ਦੀ ਗੋਲੀਆਂ ਦੇ ਫਟਣ ਨਾਲ ਆ ਰਹੀ ਸੀ। ਸੈਲ ਟੋਲ ਪਰ ਭਟ ਤਰ ਸਾਜ। ਉਹ ਬੜੇ ਟੋਲੇ ਬੰਨ ਕੇ ਜਿਹੜੇ ਆ ਰਹੇ ਸੀ, ਉਹਨਾਂ ਦੇ ਜਿਸਮ ਉਡਾ ਦਿੱਤੇ ਸਿੰਘਾਂ ਨੇ। ਆਉਂਦਿਆਂ ਦੇ ਇੱਕ ਵਾਰੀ ਪਲੀਤੇ ਜਿਹੜੇ ਸੀ ਜਦੋਂ ਫਟੇ, ਪਲੀਤੇ ਦਾਗੇ, ਜਿਸਮ ਫੀਤਾ ਫੀਤਾ ਹੋ ਕੇ ਉੱਡਣ ਲੱਗੇ। ਦੂਰ ਦੂਰ ਲਗ ਸ਼ਬਦ ਸੁਨੰਤੇ। ਕੈਸੀ ਜੰਗ ਸੀ ਕਿ ਕਈ ਪਿੰਡਾਂ ਦੇ ਵਿੱਚ ਰਾਤ ਦੀ ਸਨਾਟੇ 'ਚ ਦੂਰ ਦੂਰ ਤੱਕ ਭਿਆਨਕ ਆਵਾਜ਼ਾਂ ਆ ਰਹੀਆਂ ਸੀ। ਏਡੇ ਏਡੇ ਬਿਖੜੇ ਪੈਂਡਿਆਂ 'ਚੋਂ ਦੀ, ਏਡੀ ਔਖੀਆਂ ਘਾਟੀਆਂ 'ਚੋਂ ਦੀ, ਜਿਨ੍ਹਾਂ ਨੇ ਸਿਧਾਂਤ ਨਾਲ ਸਮਝੌਤੇ ਨਹੀਂ ਕੀਤੇ, ਆਦਰਸ਼ਾਂ ਨੂੰ ਪਾਲਿਆ, ਜ਼ੁਲਮ ਅੱਗੇ ਸਿਰ ਨਹੀਂ ਝੁਕਾਇਆ, ਜਿਨ੍ਹਾਂ ਨੇ ਪਾਪ ਦੀਆਂ ਜੜ੍ਹਾਂ ਪੁੱਟੀਆਂ, ਇੱਥੋਂ ਸਿਤਮਾਂ ਦਾ, ਅਤਿਆਚਾਰਾਂ ਦਾ ਰਾਜ ਖਤਮ ਕੀਤਾ, ਇਹ ਸੰਸਾਰ ਸੁੱਖ ਦਾ ਸਾਹ ਲੈ ਸਕੇ। ਪਰ ਵਕਤ ਜਦੋਂ ਆਉਂਦਾ ਤੇ ਕਈ ਵਾਰੀ ਆਪਣੇ ਆਪ ਨੂੰ ਦੁਹਰਾਉਂਦਾ। ਜੇ ਅਤਿਆਚਾਰ ਨਹੀਂ ਮੁੱਕਦਾ ਤੇ ਸਿੱਖਾਂ ਦੇ ਜਜ਼ਬੇ ਵੀ ਨਹੀਂ ਮੁੱਕਦੇ। ਸਾਧ ਸੰਗਤ, ਤੋ ਯੋਧਿਆਂ ਨੇ ਸਿਦਕ ਨਹੀਂ ਹਾਰਿਆ। ਪੈਂਡਾ ਵਿਖੜਾ ਸੀ, ਘਾਟੀ ਔਖੀ ਸੀ, ਮੁਸੀਬਤਾਂ ਸਿਰ ਤੇ ਸਨ, ਭੁੱਖਾਂ ਦੇ ਸਤਾਏ ਹੋਏ ਆ, ਮੰਜ਼ਲ ਅਣਕਿਆਸੀ ਹੈ। ਅਗਲੇ ਪਾਸੇ ਸਰਸਾ ਦਾ ਹੜ੍ਹ, ਪਿੱਛੋਂ ਦੁਸ਼ਮਣ ਹੜ੍ਹ ਵਾਂਗ ਆ ਰਿਹਾ। ਸਿਦਕ ਨਹੀਂ ਹਾਰਿਆ, ਭਰੋਸਾ ਨਹੀਂ ਛੱਡਿਆ। ਤਾਣ ਸਤਿਗੁਰੂ ਜੀ ਦਾ, ਟੇਕ ਸਤਿਗੁਰੂ ਜੀ ਦੀ ਹੈ। ਗੁਲਕਾਂ ਸੂਕਤ ਛੋਟੈ ਤੁਰੰਤੇ। ਗੁਲਕਾਂ ਸ਼ੂਕਤ ਛੁਟੈ ਤੁਰੰਤੇ, ਤੁਰੰਤ ਗੋਲੀਆਂ ਸ਼ੂਕਦੀਆਂ ਹੋਈਆਂ ਨਿਕਲਦੀਆਂ ਹਨ। ਜਮੂ ਤੁਰਕ ਕੀ ਚੜ ਕਰ ਆਈ। ਇਦਾਂ
ਪਹਾੜੀ ਰਾਜਿਆਂ ਦੀ ਤੇ ਮੁਗਲਾਂ ਦੀ ਫੌਜ, ਦਿੱਲੀ ਦੀ ਫੌਜ, ਲਾਹੌਰ ਦੀ ਫੌਜ, ਸਰਹੰਦ ਦੀ ਫੌਜ, ਸਭ ਸੂਬੇ ਆਪਣੇ ਦਲਾਂ ਨੂੰ ਚੜ੍ਹਾ ਕੇ ਲਿਆਏ। ਤਰਾਸਹਿ ਦੂਰ ਦੂਰ ਥਿਰ ਤਾਈ। ਇੱਕ ਗੱਲ ਤੇ ਪੱਕੀ ਸੀ ਨਾ ਜੀ ਕਿ 7-8 ਮਹੀਨਿਆਂ 'ਚ ਇੱਕ ਇੱਕ ਸਿਪਾਹੀ ਨੂੰ, ਇੱਕ ਇੱਕ ਜਰਨੈਲ ਨੂੰ ਇਹ ਯਕੀਨ ਹੋ ਗਿਆ ਸੀ ਵੀ ਸਿੰਘਾਂ ਦੇ ਨਾਲ ਸਿੱਧੇ ਮੱਥੇ ਜੰਗ ਕਰਨੀ ਬਹੁਤ ਵੱਡੇ ਖਤਰੇ ਨੂੰ ਸੱਦਾ ਦੇਣ ਵਾਲੀ ਗੱਲ ਹੈ। ਤੇ ਭਾਵੇਂ ਜੰਗ ਛੇੜ ਲਈ ਸੀ ਪਰ ਕੋਈ ਵੀ ਅੱਗੇ ਵੱਧ ਕੇ ਰਿਸਕ ਨਹੀਂ ਸੀ ਲੈਣਾ ਚਾਹੁੰਦਾ। ਸਿੰਘ ਕਾਲ ਦਾ ਰੂਪ ਬਣ ਕੇ ਇੰਨੀ ਬੇਖੌਫ ਹੋ ਕੇ ਟੁੱਟ ਕੇ ਪੈਂਦੇ ਸੀ ਕਿ ਲੱਖਾਂ ਦੇ ਦਲ ਨੂੰ ਵੀ ਚੀਰਦੇ ਹੋਏ ਅੱਗੇ ਲੰਘ ਜਾਂਦੇ ਸੀ। ਇਸ ਵਾਸਤੇ ਦਲ ਬਹੁ ਗਿਣਤੀ 'ਚ ਸੀ ਪਰ ਤਰਾਸੈਂ ਦੂਰ ਦੂਰ ਬਿਰਤਾਈ ਥਿਰਤਾਈ, ਦੂਰ ਦੂਰ ਤੱਕ ਜਿਹੜੇ ਪਿੱਛੇ ਵੀ ਖੜੇ ਸੀ ਨਾ ਜੀ, ਉਹ ਵੀ ਥਰ ਥਰ ਕੰਬਦੇ ਸੀ ਕਿ ਅੱਗੇ ਸਿੰਘਾਂ ਨੇ ਕਾਲ ਦਾ ਰੂਪ ਧਾਰਨ ਕੀਤਾ ਹੋਇਆ। ਉਹਨਾਂ ਦੀ ਤੇਗ ਮੌਤ ਰਾਣੀ ਦੀ ਜੀਭ ਬਣ ਕੇ ਨਿਗਲ ਰਹੀ ਆ ਖਾਜੇ ਨੂੰ, ਇਦਾਂ ਕੰਬ ਰਹੇ ਸੀ ਜੀ, ਦੂਰ ਦੂਰ ਤੱਕ ਖੜੇ, ਕਿਉਂਕਿ 8 ਮਹੀਨਿਆਂ 'ਚ ਤਜਰਬਾ ਹੋ ਗਿਆ ਸੀ। ਇਹੀ ਤੇ ਕਾਰਨ ਸੀ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਨੇੜੇ ਨਹੀਂ ਢੁੱਕ ਸਕੇ। ਜਿੰਨੀ ਵਾਰੀ ਹਿੱਲਾ ਕੀਤਾ, ਯਤਨ ਕੀਤਾ, ਉਨੀ ਵਾਰ ਮੂੰਹ ਦੀ ਖਾਣੀ ਪਈ, ਪਿੱਛੇ ਪਰਤਣਾ ਪਿਆ, ਤੇ ਕਈ ਵਾਰੀ ਤੇ ਮੋਰਚੇ ਲੁੱਟ ਕੇ ਲੈ ਗਏ, ਇੰਨੇ ਸਹਿਮੇ ਹੋਏ ਸੀ। ਦਲ ਲੱਖਾਂ ਦਾ, ਕਈ ਕੋਹਾਂ ਜਿਹੜੇ ਪਿੱਛੇ ਵੀ ਖੜੇ ਸੀ ਨਾ ਜੀ, ਉਹਨਾਂ ਦੇ ਵੀ ਦਿਲ ਦਹਿਲ ਜਾਂਦੇ ਜਦੋਂ ਅੱਗੋਂ ਗੋਲੀ ਬਰੂਦ ਚੱਲਦਾ। ਦੋਹਰਾ ਕੀਰਤਪੁਰ ਕੋ ਉਲੰਘ ਕੈ ਪੁਨ ਆਏ ਨਿਰਮੋਹ। ਨਿਰਮੋਹਗੜ੍ਹ ਦਾ ਸਥਾਨ ਜਿਹੜਾ ਹੈ, ਇੱਥੇ ਮਹਾਰਾਜ ਜੀ ਆਏ ਸੀ। ਪਹਿਲਾਂ ਵੀ ਚਰਨ ਪਾਏ ਹਜ਼ੂਰ ਨੇ, ਆਪ ਨੇ ਇਤਿਹਾਸ ਸੁਣਿਆ। ਤੋ ਸ਼੍ਰੀ ਕੀਰਤਪੁਰ ਸਾਹਿਬ ਤੋਂ ਲੰਘ ਕੇ ਸੱਚੇ ਪਾਤਸ਼ਾਹ ਜੀ ਨਿਰਮੋਹਗੜ੍ਹ ਵਾਲੇ ਸਥਾਨ ਤੇ ਪਹੁੰਚੇ। ਮੁਗਲ ਪਠਾਨਨ ਆਏ ਕੈ ਲਾਰੇ ਲਖਿਓ ਤਬ ਧਰੋਹ। ਉਹ ਜਿਹੜੇ ਧਰੋਈ ਸਨ, ਦੁਸ਼ਟ ਸਨ, ਧਰਮੇ ਮਾਨ ਨੂੰ ਰੋਲਣ ਵਾਲੇ ਸੀ, ਨਾ ਇਸਲਾਮ ਦੇ ਮਿੱਤਰ, ਨਾ ਉਹ ਹਿੰਦੂ ਧਰਮ ਦੇ ਕੋਈ ਆਦਰ ਮਾਣ ਕਰਨ ਵਾਲੇ। ਤੋ ਉਹਨਾਂ ਨੇ ਮਿਲ ਕੇ ਇਕੱਠੇ ਹੋ ਕੇ ਆਪਣੀ ਸਾਰੀ ਤਾਕਤ ਨੂੰ ਸਿੰਘਾਂ ਦੇ ਉੱਤੇ ਦਾ ਤੇ ਲਾ ਦਿੱਤਾ ਜੀ, ਸਾਰੀ ਤਾਕਤ ਨੂੰ ਝੋਕ ਦਿੱਤਾ। ਰਾਏ ਗੁਲਾਵਰ ਸ਼ਿਆਮ ਸਿੰਘ ਪਿਖ ਲਿਖ ਪਤਰਾ ਦੀਨਾ। ਮਹਾਰਾਜ ਦੇ ਨਾਲ ਗੁਲਾਬ ਸਿੰਘ ਤੇ ਸ਼ਿਆਮ ਸਿੰਘ ਬਾਬਾ ਸੂਰਜਮਲ ਜੀ ਦੇ ਪੋਤੇ ਨੇ। ਸੱਸ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੜਪੋਤੇ ਨੇ। ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਭਤੀਜੇ ਨੇ, ਭਾਈ ਦੀਪ ਚੰਦ ਜੀ ਦੇ ਪੁੱਤਰ ਨੇ। ਇਹਨਾਂ ਨੇ ਵੀ ਸੋਢੀਆਂ ਵਿੱਚੋਂ ਅੰਮ੍ਰਿਤ ਛਕ ਕੇ ਸਿੰਘ ਸਜੇ ਸੀ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਇਹ ਨੇੜਤਾ ਰੱਖਦੇ ਸੀ ਬਾਕੀ ਸੋਢੀਆਂ ਨਾਲ। ਗੁਲਾਬ ਸਿੰਘ ਤੇ ਸ਼ਿਆਮ ਸਿੰਘ ਇਹਨਾਂ ਦਾ ਨਾਂ ਇਤਿਹਾਸ 'ਚ ਲਿਖਿਆ। ਇਹਨਾਂ ਨੂੰ ਸੱਚੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾ ਪੱਤਰ ਲਿਖ ਕੇ ਦਿੱਤਾ ਵੀ ਤੁਸੀਂ ਜਾਓ, ਸਿਰਮੌਰ ਦੇ ਰਾਜੇ ਕੋਲ ਤੁਸੀਂ ਚਲੇ ਜਾਓ, ਉਹ ਤੁਹਾਡੀ ਮਦਦ ਕਰੇਗਾ। ਮਹਾਰਾਜ ਨੇ ਹੁਕਮ ਕੀਤਾ ਸੀ ਵੀ ਇਸ ਵਿਪਤਾ ਵਿੱਚ, ਔਖੀ ਘੜੀ ਦੇ ਵਿੱਚ ਜਾਓ, ਤੁਸੀਂ ਚਲੇ ਜਾਓ। ਸਾਡੇ ਪਿਆਰੇ ਪਰਿਵਾਰ ਦੇ ਸਾਰੇ, ਮੇਰੇ ਲਾਲ, ਮੇਰੇ ਜਿਗਰ ਦੇ ਟੁਕੜੇ ਪੁੱਤ ਸਿੱਖ, ਉਹ ਜੂਝ ਰਹੇ ਨੇ ਤੇ ਮਹਾਰਾਜ ਨੇ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਹ ਪੱਤਰ ਲੈ ਜਾਓ, ਸਿਰਮੌਰ ਦੇ ਰਾਜੇ ਦੇ ਕੋਲ ਜਾਣਾ, ਉਹ ਤੁਹਾਡੀ ਮਦਦ ਕਰ ਦੇਗਾ। ਇਸ ਘੜੀ ਜਦੋਂ ਅਨੰਦਪੁਰ ਸਾਹਿਬ ਮਹਾਰਾਜ ਨੇ ਛੱਡਿਆ, ਇੱਥੇ ਆਏ ਨਿਰਮੋਹਗੜ੍ਹ ਦੇ ਕੋਲ, ਇਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲਾਂ ਨਾਲ ਲਿਖ ਕੇ ਪੱਤਰ ਦਿੱਤਾ। ਜਾਹੋ ਰਾਜ ਸਿਰ ਮੌਰ ਕੇ ਮਿਲੋ ਭੂਪ ਤਬ ਚੀਨਾ। ਸਿਰਮੌਰ ਦੇ ਰਾਜੇ ਦੇ ਕੋਲ ਤੁਸੀਂ ਜਾਓ, ਉਸ ਰਾਜੇ ਨੂੰ ਜਾ ਕੇ ਸਾਡਾ ਇਹ ਪੱਤਰ ਦੇ ਦੇਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਇਹ ਚਿੱਠੀ ਦੇ ਦੇਣੀ। ਤੁਰਕਨ ਸੰਗ ਵਿਰੋਧ ਹਮ ਇਹ ਭੇਜੇ ਤੁਮ ਪਾਸ। ਉਹਦੇ ਤੇ ਲਿਖਿਆ ਸੀ ਵੀ ਸਾਡੀ ਜੰਗ ਜਿਹੜੀ ਆ ਉਹ ਬੜੀ ਗਹਿ ਚ ਚੱਲ ਰਹੀ ਹੈ ਤੇ ਇਹ ਜਿੰਦਾ ਰਹਿ ਸਕਣ, ਬਚ ਸਕਣ, ਕਿਸ ਮਕਸਦ ਨਾਲ। ਹਾਂ, ਇਹਨਾਂ ਨੇ ਮਹਾਰਾਜ ਨੇ ਇੱਕ ਨਾ ਬਚਨ ਇੱਕ ਵਾਰੀ ਦਸਤਾਰ ਖੇਲਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਦੀ ਦਸਤਾਰ ਜਿਹੜੀ ਸੀ ਉਹ ਰਾਏ ਗੁਲਾਬ ਜੀ ਨੇ ਆਪਣੇ ਸਿਰ ਤੇ ਰੱਖ ਲਈ ਸੀ ਤੇ ਗੁਰੂ ਸਾਹਿਬ ਜੀ ਨੇ ਕਿਹਾ, ਇਹ ਲਾਉਣ ਲੱਗੇ ਵੀ ਗਲਤੀ ਨਾ ਰੱਖ ਲਈ। ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ, ਰੱਖ ਲਓ, ਤੁਹਾਨੂੰ ਵੀ ਕਦੀ ਇਸ ਦਸਤਾਰ ਨਾਲ ਸਨਮਾਨ ਮਿਲ ਜਾਏਗਾ। ਤੇ ਜਦੋਂ ਸਤਿਗੁਰੂ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਚਲੇ ਗਏ, ਕੁਝ ਸਮਾਂ ਸ਼੍ਰੀ ਅਨੰਦਪੁਰ ਸਾਹਿਬ ਬੈਠ ਕੇ ਰਾਏ ਗੁਲਾਬ ਨੇ ਵੀ ਮਾਣ ਸਨਮਾਨ ਪਾਇਆ, ਪਰ ਫਿਰ ਭਾਈ ਗੁਰਬਖਸ਼ ਜੀ ਨੇ ਕਿਹਾ ਤੁਸੀਂ
ਗੁਰੂ ਦੇ ਤੋਲੇ ਇੱਥੇ ਬੈਠ ਕੇ ਆਦਰ ਨਹੀਂ ਪਾ ਸਕਦੇ, ਉਹਨਾਂ ਨੇ ਵਿਰੋਧ ਕਰਕੇ ਇਹਨਾਂ ਨੂੰ ਭੇਜ ਦਿੱਤਾ। ਸੋ ਇਹ ਸਤਿਗੁਰੂ ਜੀ ਦਾ ਕੋਈ ਕੌਤਕ ਸੀ ਭਵਿੱਖ ਦਾ। ਮਹਾਰਾਜ ਨੇ ਇਹਨਾਂ ਨੂੰ ਪੱਤਰਕਾ ਲਿਖ ਕੇ ਸਿਰਮੌਰ ਦੇ ਰਾਜੇ ਕੋਲ ਭੇਜ ਦਿੱਤਾ। ਤੁਰਕਨ ਸੰਗ ਵਿਰੋਧ ਹਮ ਇਹ ਭੇਜੇ ਤੁਮ ਪਾਸ, ਹਾਂਜੀ ਅੱਗੇ ਦੇਹੋ ਗ੍ਰਾਮ ਸੇਵੋ ਇਨਹੋ ਬਾਸਹਿ ਕਰਹਿ ਅਵਾਸ। ਸਾਧ ਸੰਗਤ ਮਹਾਰਾਜ ਨੇ ਕਿਹਾ ਵੀ ਇਹਨਾਂ ਨੂੰ ਕੋਈ ਆਸਰਾ ਜਿਹੜਾ ਨਾ ਠਾਹਰ, ਕੋਈ ਰੁਜੀਨੇ ਜੋਗਾ ਆਸਰਾ, ਕੋਈ ਪਿੰਡ ਆਦਿਕ ਇਹਨਾਂ ਨੂੰ ਦੇ ਦੇਣਾ ਤੇ ਇਹ ਤੁਹਾਡੇ ਕੋਲ ਵਾਸ ਰੱਖਣਗੇ। ਲਈ ਲਿਖਤ ਨ੍ਰਿਪ ਢਿਗ ਗਾਈ ਗੁਰ ਕੋ ਲਿਖਿਓ ਪਛਾਨ। ਸਾਧ ਸੰਗਤ ਇਹ ਪੱਤਰਕਾ ਲੈ ਕੇ, ਚਿੱਠੀ ਲੈ ਕੇ ਗੁਰੂ ਸਾਹਿਬ ਜੀ ਦੀ ਲਿਖੀ ਹੋਈ ਸਿਰਮੌਰ ਦੇ ਰਾਜੇ ਕੋਲ ਭਾਈ ਰਾਏ ਗੁਲਾਬ ਸਿੰਘ ਤੇ ਸ਼ਿਆਮ ਸਿੰਘ ਇਹ ਚਲੇ ਗਏ। ਗ੍ਰਾਮ ਦਇਓ ਗਿਰਵੀ ਤਵੈ ਬਸੇ ਤਿਸੀ ਇਸ ਥਾਨ। ਸਿਰਮੌਰ ਦੇ ਰਾਜੇ ਨੇ ਅੱਜ ਵੀ ਉੱਥੇ ਜਿਹੜਾ ਨਾਮ ਬੋਲਦਾ ਸਥਾਨ ਹੈ, ਗਿਰਵੀ ਪਿੰਡ ਦਾ ਨਾਂ ਸੀ, ਨਗਰ ਦਾ ਨਾਂ ਸੀ। ਉਹ ਸ਼ਿਆਮ ਸਿੰਘ ਤੇ ਗੁਲਾਬ ਸਿੰਘ ਨੂੰ ਸਿਰਮੌਰ ਦੇ ਰਾਜੇ ਨੇ ਦਿੱਤਾ। ਰਾਜ ਛੰਦ ਗੁਰੂ ਗੋਬਿੰਦ ਸਿੰਘ ਜੀ ਖਰੇ ਕਛੁਕ ਹੋਏ ਕੈ। ਮਹਾਰਾਜ ਜੀ ਜਿੱਥੇ ਜੰਗ ਚੱਲ ਰਹੀ ਸੀ ਨਾ, ਸਾਹਿਬਜ਼ਾਦਾ ਅਜੀਤ ਸਿੰਘ ਜੀ ਪਹਿਲੀ ਕਤਾਰ ਵਿੱਚ, ਭਾਈ ਜੀਵਨ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ ਆਦਿਕ, ਜਿਨ੍ਹਾਂ ਨੇ ਆਪਣੇ ਸੀਨੇ ਤਾਣ ਕੇ ਚਟਾਨ ਵਾਂਗ ਇੱਕ ਦੀਵਾਰ ਖੜੀ ਕਰ ਦਿੱਤੀ ਸੀ ਤਾਕਤ ਦੀ। ਗੁਰੂ ਸਾਹਿਬ ਜੀ ਉਹਨਾਂ ਤੋਂ ਪਿੱਛੇ ਖੜੇ ਇਹ ਸਾਰੇ ਕੁਝ ਨੂੰ ਅਨੁਭਵ ਕਰ ਰਹੇ ਸੀ। ਕਸ਼ੂਕ ਕੁਝ ਦੂਰੀ ਤੇ ਤਾਕਤ ਦਾ ਪਹਾੜ ਬਣ ਕੇ ਦੁਸ਼ਮਣ ਦੇ ਹੜ੍ਹ ਨੂੰ, ਸੈਨਾ ਦੇ ਹੜ੍ਹ ਨੂੰ ਭਾਈ ਜੀਵਨ ਸਿੰਘ ਜੀ ਹੋਰਾਂ ਨੇ, ਭਾਈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਯੋਧਿਆਂ ਨੇ ਰੋਕਿਆ ਹੋਇਆ ਸੀ। ਲਰੇ ਪਿਸ਼ਾਰ ਆਨ ਕੈ ਸੁਨੰਤ ਨਾਦ ਜੋਇ ਕੈ। ਤੋ ਲਰੇ ਪਿਸ਼ਾਰ ਆਨ ਕੈ ਸੁਨੰਤ ਨਾਦ ਜੋਇ ਕੈ। ਜੰਗ ਚੱਲ ਰਹੀ ਸੀ ਪਿੱਛੇ ਤੇ ਮਹਾਰਾਜ ਜੀ ਇਹ ਘੁੱਪ ਹਨੇਰੇ ਦੇ ਅੰਦਰ ਇਹ ਸਾਰਾ ਕੁਝ ਸੁਣ ਰਹੇ ਸਨ। ਮਨਿੰਦ ਟੀਡ ਬ੍ਰਿੰਦ ਕੋ ਬਿਲਿੰਦ ਸ਼ੇਰ ਘਾਲਿਓ। ਮਨਿੰਦ ਟੀਡ ਬ੍ਰਿੰਦ, ਟੀਡ ਮਤਲਬ ਟਿੱਡੀ ਦਲ, ਬ੍ਰਿੰਦ ਦਾ ਅਰਥ ਹੈ ਬਹੁ ਗਿਣਤੀ ਚ। ਹੁਣ ਬਹੁਤ ਗਿਣਤੀ ਚ ਟਿੱਡੀ ਦਲ ਆ ਗਿਆ ਸੀ ਤੇ ਅੱਗੇ ਗੁਰੂ ਦੇ ਸ਼ੇਰ ਸੂਰਮੇ ਇਹ ਟਿੱਡੀ ਦਲ ਦਾ ਟਾਕਰਾ ਕਰਨ ਵਾਸਤੇ ਖੜੇ ਸਨ। ਤਫੰਗ ਸ਼ੋਰ ਸ਼ੋਰ ਕੈ ਅਗਾਉ ਪਾਉ ਡਾਲਿਓ। ਗੋਲੀਆਂ ਦਾ ਤੇ ਇੱਕ ਵਾਰੀ ਮੀਂਹ ਵਰਾ ਦਿੱਤਾ ਨਾ ਜੀ, ਨਾਲ ਨਾਲ ਗੋਲੀਆਂ ਚਲਾਉਂਦੇ ਜਾਂਦੇ ਨੇ ਤੇ ਨਾਲ ਨਾਲ ਅੱਗੇ ਵੱਧਦੇ ਜਾਂਦੇ। ਇਹ ਤਰੀਕਾ ਸੀ ਸਿੰਘਾਂ ਦੇ ਜੰਗ ਦਾ ਕਿ ਤੁਰੇ ਤੁਰੇ ਜਾਂਦਿਆਂ ਜੰਗ ਕਰਨੀ, ਤੁਰੇ ਤੁਰੇ ਜਾਂਦਿਆਂ ਮਨੁੱਖੀ ਸਰੀਰਾਂ ਦਾ ਕੰਧ ਬਣਾ ਲੈਣੀ, ਕਿਲਾ ਬਣਾ ਲੈਣਾ। ਯੁੱਧ ਨੀਤੀ 'ਚ ਬਹੁਤ ਨਿਪੁੰਨ ਕੀਤਾ ਸੀ ਮਹਾਰਾਜ ਨੇ ਸਿੰਘਾਂ ਨੂੰ। ਇੱਕ ਇੱਕ ਸਿੰਘ ਯੁੱਧ ਦੇ ਪੈਂਤੜਿਆਂ ਨੂੰ ਬਹੁਤ ਚੰਗੀ ਤਰ੍ਹਾਂ ਬਰੀਕੀ ਨਾਲ ਜਾਣਦਾ ਸੀ ਸਾਧ ਸੰਗਤ। ਸੋ ਇਹ ਜਿਹੜੀ ਚਲੰਤ ਜੰਗ ਸੀ ਨਾ, ਚਲਦਿਆਂ ਚਲਦਿਆਂ ਇਹ ਸਿੰਘ ਕਰਦੇ ਤੁਰੇ ਜਾ ਰਹੇ ਸਨ। ਸੁਨੰਤ ਨਾਦ ਜਾਨ ਕੈ ਧੋਖੇ ਪਲੀਤ ਹੇਰ ਕੈ। ਸੁਨੰਤ ਨਾਦ, ਹੁਣ ਆਵਾਜ਼ ਦੇ ਨਿਰਭਰ ਸੀ ਬੰਦੂਕਾਂ ਦੇ ਨਿਸ਼ਾਨੇ ਲਾਉਣੇ। ਦੁਸ਼ਮਣ ਦਾ ਦਲ ਬਹੁ ਗਿਣਤੀ 'ਚ ਹੈ ਤੇ ਉਹ ਨਾਦ ਜਦੋਂ ਆਵਾਜ਼ ਸੁਣਦੀ ਹੈ ਉਹਦੇ ਅੰਦਾਜ਼ੇ ਨਾਲ ਸਿੰਘ ਗੋਲੀਆਂ ਬਰਸਾਉਂਦੇ ਨੇ। ਕਰੰਤ ਸੂਦ ਤਾਹੇ ਔਰ ਗੋਰ ਸ਼ੋਰ ਟੇਰ ਕੈ। ਕਰੰਤ ਸੂਦ ਤਾਹੇ ਔਰ, ਉਧਰ ਨੂੰ ਸੇਧ ਕਰਕੇ ਨਿਸ਼ਾਨੇ ਸਾਧ ਕੇ ਜਿੱਧਰੋਂ ਆਵਾਜ਼ ਆਉਂਦੀ ਹੈ ਵੈਰੀ ਦਲ ਦੀ, ਉਧਰ ਸਿੰਘ ਨਿਸ਼ਾਨੇ ਲਾਉਂਦੇ, ਗੋਲੀਆਂ ਚਲਾਉਂਦੇ। ਅਜੀਤ ਸਿੰਘ ਪਾਏ ਰੂਪ ਠਾਂਡ ਗਾਡ ਹੋਇਓ। ਬਹੁਤੇ ਰੋਹ ਦੇ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤਣ ਤਣ ਕੇ ਪੂਰੀ ਤਰ੍ਹਾਂ ਜਜ਼ਬੇ ਨਾਲ, ਜੋਸ਼ ਨਾਲ ਵੈਰੀ ਦਲ ਦੇ ਹੜ੍ਹ ਨੂੰ ਰੋਕ ਰਹੇ ਸਨ, ਪੈਰ ਜਮਾ ਜਮਾ ਕੇ। ਬੜੇ ਕਮਾਲ ਦੇ ਯੋਧੇ ਨੇ। ਜਦੋਂ ਤੁਸੀਂ ਬਾਬਾ ਅਜੀਤ ਸਿੰਘ ਜੀ ਦਾ ਸੰਪੂਰਨ ਇਤਿਹਾਸ ਕਿਤੇ ਅਲੱਗ ਪੜ੍ਹੋ, ਦੁਸ਼ਮਣ ਤਰਾ ਤਰਾ ਕਰਦਾ ਸੀ ਬਾਬਾ ਅਜੀਤ ਸਿੰਘ ਜੀ ਦੇ ਨਾਮ ਤੋਂ। ਭਰ ਜੋਬਨ ਦੀ ਜਵਾਨੀ ਦੀ ਦਹਲੀਜ਼ ਤੇ ਖੜੇ ਨੇ ਤੇ ਮਹਾਰਾਜ ਜੀ ਐਵੇਂ ਨਹੀਂ ਆਪਣੇ ਲਾਲ ਨੂੰ ਮੁਹਿੰਮਾਂ ਨੂੰ ਸਰ ਕਰਨ ਵਾਸਤੇ ਤੋਰ ਦਿੰਦੇ। ਤੇ ਜਸਵੀ ਜਲਾਲ ਹੈ, ਰੱਬੀ ਨੂਰ ਹੈ ਚਿਹਰੇ ਉੱਤੇ, ਸਤਿਗੁਰਾਂ ਦੇ ਪਿਆਰ ਦੇ ਨਵਾਜੇ ਹੋਏ ਨੇ। ਦੁਸ਼ਮਣ ਦਲ ਉਹਨਾਂ ਦੇ ਨਾਂ ਨੂੰ ਸੁਣ ਕੇ ਕੰਬਦਾ ਸੀ। ਰਾਤ ਦੇ ਹਨੇਰੇ 'ਚ ਤਮ ਤਮਾਉਂਦਾ ਚਿਹਰਾ, ਡਲਕਾ ਮਾਰਦਾ ਨੂਰ ਨੇਤਰਾਂ 'ਚੋਂ ਨਜ਼ਰ ਆਉਂਦਾ। ਵੈਰੀ ਦਲ ਦੇ ਸਾਹਮਣੇ ਤਾਕਤ ਦਾ ਪਹਾੜ ਬਣ ਕੇ ਖੜੇ ਨੇ। ਰੋਕੇ ਸੋ ਲਸ਼ ਸੂਰਮੇ ਮਨੋ ਕਪਾਟ ਜੋਇਓ। ਸਾਧ ਸੰਗਤ, ਇੱਕ ਵਾਰੀ ਤੇ ਸਿੰਘਾਂ ਨੇ ਲੱਖਾਂ ਦੇ ਦਲ ਦੇ ਪੈਰ ਰੋਕ ਦਿੱਤੇ।
ਭਾਵੇਂ ਦਲ ਬਹੁਤੀ ਵੱਡੀ ਗਿਣਤੀ 'ਚ ਸੀ ਵੈਰੀਆਂ ਦਾ, ਪਰ ਕੋਈ ਵੀ ਅੱਗੇ ਵਧਣ ਦਾ ਹੀਆ ਨਹੀਂ ਸੀ ਕਰ ਰਿਹਾ। ਕਿਦੋਂ ਪ੍ਰਵਾਹ ਨੀਰ ਕੋ ਪਹਾੜ ਹੋਏ ਰੋਕਿਓ। ਹਾਂ ਬਿਲਕੁਲ, ਇਹ ਤਸ਼ਬੀਹ ਬੜੀ ਕਮਾਲ ਦੀ ਦਿੱਤੀ ਹੈ ਜੀ। ਕਹਿੰਦੇ ਇਦਾਂ ਜਾਪ ਰਿਹਾ ਵੀ ਕਿਦੋਂ ਪ੍ਰਵਾਹ ਨੀਰ ਕੋ, ਪਾਣੀ ਦਾ ਨਹੀਂ ਪ੍ਰਵਾਹ ਚੱਲਦਾ, ਹੜ੍ਹ ਆਉਂਦਾ, ਦਰਿਆ ਚੱਲ ਰਿਹਾ, ਤੇ ਵੱਡੇ ਪ੍ਰਵਾਹ ਦੇ ਅੱਗੇ ਇੱਕਦਮ ਵੱਡਾ ਪਹਾੜ ਖੜਾ ਹੋ ਜਾਏ ਤੇ ਪ੍ਰਵਾਹ ਨੂੰ ਰੁਕਣਾ ਪੈ ਜਾਂਦਾ, ਠੱਲ ਦਿੰਦਾ ਪ੍ਰਵਾਹ ਨੂੰ। ਇਦਾਂ ਸਿੰਘਾਂ ਦਾ ਦਲ ਖੜ ਗਿਆ, ਕਿਦੋਂ ਪ੍ਰਵਾਹ ਨੀਰ ਕੋ ਪਹਾੜ ਹੋਏ ਰੋਕਿਓ। ਇਦਾਂ ਬਾਬਾ ਅਜੀਤ ਸਿੰਘ ਜੀ ਨੇ ਲੱਖਾਂ ਦੇ ਦਲ ਨੂੰ ਠੱਲ ਪਾ ਦਿੱਤੀ, ਜਿਵੇਂ ਹੜ੍ਹ ਦੇ ਅੱਗੇ ਪਹਾੜ ਖੜਾ ਹੋ ਗਿਆ ਹੋਵੇ। ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਧੰਨ ਭਾਈ ਜੀਵਨ ਸਿੰਘ ਜੀ। ਸਾਧ ਸੰਗਤ, ਐਸੇ ਸੂਰਮੇ ਯੋਧੇ ਬਲਕਾਰੀ ਜਾਨਾਂ ਤਲੀ ਤੇ ਰੱਖ ਕੇ ਦੁਸ਼ਮਣ ਦਲ ਨਾਲ ਜੂਝ ਰਹੇ ਹਨ। ਵਿਸ਼ਾਲ ਜੰਗ ਮੰਡ ਕੈ ਖਰੇ ਕਰੇ ਬਿਲੋਕਿਓ। ਵਿਸ਼ਾਲ ਜੰਗ ਮੰਡ ਕੈ, ਬਾ ਕਮਾਲ ਜੰਗ ਮੰਡੀ ਹੋਈ ਹੈ, ਜਿਨ੍ਹਾਂ ਨੇ ਹੜ੍ਹ ਵਾਂਗ ਵੱਧਦੀ ਫੌਜ ਨੂੰ ਰੋਕ ਦਿੱਤਾ। ਸਮੂਹ ਹੂ ਦੇਤ ਹੈ ਨਾ ਖੇਤ ਸਿੰਘ ਸ਼ੋਰਿਓ। ਸਮੂਹ ਹੂ ਦੇਤ ਹੈ, ਬੜਾ ਹਿੱਲਾ ਘਾਲਿਆ, ਬਹੁਤ ਹੂ ਹਾਲ ਪਾਰਿਆ ਕੀਤੀ, ਪਰ ਅਗਲੇ ਪਾਸਿਓਂ ਨਾ ਖੇਤ ਸਿੰਘ ਸ਼ੋਰਿਓ। ਪੁਰਜਾ ਪੁਰਜਾ ਕੱਟ ਮਰੈ, ਕਬੂ ਨਾ ਛਾੜੈ ਖੇਤ। ਜਿਨ੍ਹਾਂ ਦੇ ਅੰਦਰ ਇੰਨੀ ਨਿਰਭੈਤਾ ਪੈਦਾ ਕੀਤੀ ਹੋਵੇ। ਦਲ ਨੇ ਬਹੁਤ ਵਾਹ ਲਾਈ, ਪਰ ਸਿੰਘਾਂ ਨੇ ਮੈਦਾਨੇ ਜੰਗ ਨਾ ਛੱਡਿਆ। ਸੜਾ ਸੜੀ ਤਤਾਰ ਚ ਪ੍ਰਹਾਰ ਬ੍ਰਿੰਦ ਮੋਰਿਓ। ਸੜਾ ਸੜੀ ਤਤਾਰ 'ਚ ਸਰੜ ਸਰੜ ਕਰਦੇ ਤੀਰ ਚੱਲਦੇ ਆ, ਸ਼ੂਕ ਦੀਆਂ ਗੋਲੀਆਂ ਚੱਲਦੀਆਂ, ਵੈਰੀ ਦਲ ਦਾ ਮੂੰਹ ਮੁੜ ਜਾਂਦਾ ਹੈ। ਸਮਾਨ ਸਰਪ ਫੂਕ ਤੇ ਸਰੀਰ ਫੋਰ ਪਾਰ ਹਵੈ। ਸਮਾਨ ਸਰਪ ਫੂਕ ਤੇ, ਜਿਵੇਂ ਫਨੀਅਰ ਸੱਪ ਸ਼ੂਕਦੇ ਜਾਂਦੇ ਨੇ ਨਾ ਜੀ, ਉੱਡਣੇ ਸੱਪ ਜਿਵੇਂ ਸ਼ੂਕਦੇ ਨਿਕਲਦੇ ਆ, ਇਦਾਂ ਤੀਰਾਂ ਤੇ ਗੋਲੀਆਂ ਦੀ ਫੁੰਕਾਰ ਸੁਣਾਈ ਦਿੰਦੀ ਹੈ। ਲਗੇ ਨਾ ਫੇਰ ਜੀਵ ਤੇ ਗਿਰੰਤ ਧੁੰਡ ਭਾਰ ਹੋਵੈ। ਲੱਗੇ ਨਾ ਫੇਰ ਜੀਵ ਤੇ, ਜਿਹਨੂੰ ਇੱਕ ਵਾਰੀ ਛੋ ਜਾਂਦਾ ਉਹ ਫਿਰ ਭੁਆਂਟਣੀ ਖਾ ਕੇ ਧਰਤੀ ਤੇ ਡਿੱਗ ਪੈਂਦਾ, ਰੁੰਡ ਮੁੰਡ ਹੋ ਜਾਂਦਾ। ਇਦਾਂ ਸਰੀਰ ਦੇ ਚਿਥੜੇ ਉੱਡਣ ਲੱਗੇ। ਕਮਾਲ ਦੀ ਜੰਗ ਸਿੰਘਾਂ ਨੇ ਕੀਤੀ, ਕਮਾਲ ਦੇ ਜੌਹਰ ਸਿੰਘਾਂ ਨੇ ਵਿਖਾਏ। ਅਣਕਿਆਸੀ ਜੰਗ ਜਿਹੜੀ ਸੀ ਨਾ, ਜਿਹਦੀ ਕਲਪਨਾ ਨਹੀਂ ਸੀ ਕੀਤੀ ਕਦੀ ਵਜੀਦੇ ਨੇ, ਕਦੀ ਖਵਾਜਾ ਮਰਦੂਦ ਨੇ, ਜ਼ਬਰਦਸਤ ਖਾਨ ਨੇ, ਕਹਿਲੂਰੀਏ ਪਹਾੜੀ ਰਾਜਿਆਂ ਨੇ ਕਲਪਨਾ ਨਹੀਂ ਸੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਲਾਲ, ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ, ਗੁਰੂ ਕੇ ਸਿੰਘ ਇਦਾਂ ਦੀ ਜੰਗ ਵੀ ਦਿਖਾਉਣਗੇ। ਉਹਨਾਂ ਤੇ ਸੋਚਿਆ ਭੁੱਖਾਂ ਦੇ ਮਾਰੇ ਹੋਏ ਨੇ, ਕਿੱਥੇ ਟਿਕ ਪਾਉਣਗੇ। ਪਰ ਜਜ਼ਬਾ ਬੜੀ ਕਮਾਲ ਦੀ ਚੀਜ਼ ਹੁੰਦੀ ਸਾਧ ਸੰਗਤ। ਜਜ਼ਬਾ ਮੁਰਦਿਆਂ 'ਚ ਜਾਨ ਪਾ ਦਿੰਦਾ ਜੀ, ਧਰਤੀ ਦੇ ਡਿੱਗਿਆਂ ਨੂੰ ਉਠਾ ਕੇ ਸ਼ਕਤੀ ਪੈਦਾ ਕਰ ਦਿੰਦਾ। ਇਹ ਜਜ਼ਬਾ ਹੀ ਕੁੱਟ-ਕੁੱਟ ਕੇ ਸਤਿਗੁਰੂ ਜੀ ਨੇ ਖਾਲਸਾ ਪੰਥ ਦੇ ਅੰਦਰ ਭਰਿਆ। ਇਦਾਂ ਦੇ ਜੰਗ ਦੇ ਜ਼ੋਰ ਸੀ ਨਾ ਜਿਹੜੇ ਜੀ, ਕਮਾਲ ਦੇ। ਭਾਈ ਸੰਤੋਖ ਸਿੰਘ ਕਹਿੰਦੇ ਦੁਨੀਆ ਨੇ ਐਸੀ ਜੰਗ ਨਹੀਂ ਵੇਖੀ, ਐਸਾ ਜਰਨੈਲ ਨਹੀਂ ਵੇਖਿਆ ਜੋ ਬਾਬਾ ਅਜੀਤ ਸਿੰਘ ਜੀ ਨੇ ਕਮਾਲ ਕੀਤੀ। ਤਰਫੰਤ ਕੋ ਹੰਕਾਰ ਤੇ ਪੁਕਾਰ ਤੇ ਬਿਹਾਲ ਕੋ। ਤਰਫੰਤ ਕੋ ਹੰਕਾਰ ਤੇ ਪੁਕਾਰ ਤੇ ਬਿਹਾਲ ਕੋ। ਕੁਝ ਤੜਪ ਰਹੇ ਨੇ ਧਰਤੀ ਤੇ ਪਏ, ਕੋਈ ਕਰਾ ਰਹੇ ਨੇ, ਕੋਈ ਇੱਕ ਦੂਜੇ ਭਾਈ ਪੁੱਤ ਭਤੀਜੇ ਨੂੰ ਆਵਾਜ਼ਾਂ ਦੇ ਰਹੇ ਹਨ। ਦਰੜੰਤ ਕੋ ਤਰੰਗ ਤੇ ਬਰੜੰਤ ਪਾਏ ਕਾਲ ਕੋ। ਬਰੜਾਂਦੇ ਨੇ, ਚੀਕਦੇ ਨੇ, ਪੁਕਾਰਦੇ ਨੇ, ਸਰੀਰ ਦਰੜੇ ਜਾ ਰਹੇ ਨੇ। ਕੋਈ ਘੋੜਿਆਂ ਹਾਥੀਆਂ ਦੇ ਹੇਠਾਂ ਦਰੜੇ ਗਏ, ਕਿਸੇ ਦੇ ਜਿਸਮ ਚੀਰਦੇ ਹੋਏ ਤੀਰ ਨਿਕਲ ਗਏ। ਇੰਨਾ ਭਿਅੰਕਰ ਦ੍ਰਿਸ਼ ਬਣਿਆ ਕਿ ਵੈਰੀ ਦਲ ਤਰਾ ਤਰਾ ਕਰ ਉੱਠਿਆ। ਸਾਧ ਸੰਗਤ, 10 ਲੱਖ ਦੇ ਦਲ ਨੂੰ 500 ਸਿੰਘ ਅਜੇ ਸਤਿਗੁਰਾਂ ਦੇ ਅਗਲੇ ਪਾਸੇ ਨੇ। ਇਹ ਕੁਝ ਸਿੰਘਾਂ ਦੇ ਦਲ ਨਾਲ ਭਾਈ ਜੀਵਨ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਨੇ ਹੜ੍ਹ ਨੂੰ ਪਹਾੜ ਵਾਂਗ ਠੱਲ ਪਾ ਦਿੱਤੀ। ਇਦਾਂ ਦੁਸ਼ਮਣ ਦਲ ਰੋਕਿਆ। ਇਸ ਤੋਂ ਅੱਗੇ ਕੀ ਵਰਤਦਾ ਸਾਧ ਸੰਗਤ ਜੀ? 6 ਪੋਹ ਦੀ ਅੱਧੀ ਰਾਤ ਹੈ, ਜੰਗ ਗਹਿ ਗੱਚ ਹੈ। 7 ਪੋਹ ਦਾ ਅੰਮ੍ਰਿਤ ਵੇਲਾ ਕੀ ਰੰਗ ਲਿਆਉਂਦਾ। ਕੱਲ ਨੂੰ ਮਹਾਰਾਜ ਆਪਣੀ ਹਜ਼ੂਰੀ 'ਚ ਬੈਠ ਕੇ ਸੋਝੀ 'ਚ ਪਾਉਣ। ਭੁੱਲਾਂ ਬਖਸ਼ਦੇ ਅਸੀਸ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ, ਹੇ ਸਰਬ ਮਹਿ,
हे संगी हे निरंकार, हे गोबिंद हे गुण निधान, हे अपरंपर हर हरे, हे संतां कै सदा संग, हे ठाकुर हौं दासरो, नानक दीजै नामदान। आए प्रभ शरणागति, एक अखर हर मन बस्त, एक अखर हर मन बस्त। सो कहियत है सूरा, सो कहियत है सूरा, सो कहियत है सूरा, सो कहियत है सूरा। जाको हर रंग लागो इस जुग में, जाको हर रंग लागो इस जुग में, सो कहियत है सूरा, सो कहियत है सूरा, सो आत्म जिणै सगल वस तांकै, आत्म जिणै सगल वस तांकै, जाका सतगुर पूरा, जाका सतगुर पूरा, जाका सो कहियत है सूरा, सो कहियत है सूरा। वाहिगुरु जी का खालसा, वाहिगुरु जी की फतेह।